ਬੰਧਨ ਪਦ ਪੰਕਜ ਬੰਧਨ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋ। ਸ੍ਰੀ ਹਰਿ ਕ੍ਰਿਸ਼ਨ ਨਾਮ ਬਹੋ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲ। ਤਰੋਂ ਤਰਾ ਪਰ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਬਿਨਾਸਨ ਸੋਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। आप लिहो तुम कथा सुधारी। हम ना सकत कर सिफत तुम्हारी। आप लिहो तुम कथा सुधारी। सतनाम श्री वाहिगुरु साहिब जी। पुन अगले दिन सतगुर पूर्ण वस्त्र शस्त्र निज देह सजाए। अंगद भूखन भूखत सुंदर कमल पत्र लोचन बिकसाए। ਭੁਜ ਪ੍ਰਲੰਬ ਕਰ ਧਰਿਓ ਸਰਾਸਨ। ਬਹਰ ਕੰਧ ਧਰ ਲੀਨ ਟਿਕਾਏ। ਮੁਕਤਾ ਹੀਰਨ ਜਰਿਓ ਜਰਾਓ। ਤੀਖਨ ਤੀਰਨ ਖੰਗ ਸਹਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਗੁਰੂ ਸਾਹਿਬਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਹੋ। ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਸਤਿਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ਾਂ ਨਾਲ ਸਤਿਗੁਰੂ ਜੀ ਦੀ ਜੀਵਨ ਕਥਾ ਨਾਲ ਜੁੜ ਜਾਈਏ। ਸਤਿਗੁਰਾਂ ਨੇ ਪਿਛਲੇ ਪ੍ਰਕਰਣਾਂ ਵਿੱਚ ਸਿੱਖਾਂ ਨੂੰ ਸਮਝਾਇਆ ਸੀ, ਜਿਹੜੇ ਘਰ ਵਿੱਚੋਂ ਦਸਵੰਧ ਨਿਕਲਦਾ ਹੈ, ਕਿਰਤ ਕਮਾਈ ਦਾ ਹਿੱਸਾ ਗੁਰੂ ਦੇ ਲੰਗਰ 'ਚ ਪੈਂਦਾ ਹੈ, ਉਸ ਘਰ 'ਚ ਬੜੀ ਬਰਕਤ ਪੈਂਦੀ ਹੈ। ਉੱਥੇ ਅੰਨ ਧਨ ਦੀ ਕਮੀ ਨਹੀਂ ਰਹਿੰਦੀ। ਪਰ ਜਦੋਂ ਗੁਰੂ ਦਾ ਦਸਵੰਧ ਨਿਕਲਣਾ ਬੰਦ ਹੋ ਜਾਂਦਾ ਹੈ, ਆਦਮੀ ਆਪਣੇ ਸਵਾਰਥ ਵਿੱਚ, ਆਪਣੀਆਂ ਮਜਬੂਰੀਆਂ, ਆਪਣੀਆਂ ਲੋੜਾਂ, ਆਪਣੇ ਸਵਾਦਾਂ ਵਿੱਚ ਆਪਣੀ ਜ਼ਿੰਦਗੀ 'ਚ ਮਸਤ ਹੋ ਜਾਂਦਾ ਅਤੇ ਗੁਰੂ ਘਰ ਨੂੰ ਛੱਡ ਦਿੰਦਾ ਹੈ, ਧਰਮ ਕਰਮ ਨੂੰ ਛੱਡ ਦਿੰਦਾ ਹੈ, ਪੂਜਾ ਪਾਠ ਨਿਤਨੇਮ ਕਰਨਾ ਛੱਡ ਦਿੰਦਾ ਹੈ, ਕਿਸੇ ਗਰੀਬ ਨੂੰ ਪ੍ਰਸ਼ਾਦਾ ਛਕਾਉਣਾ, ਕਿਸੇ ਦੀ ਮਦਦ ਕਰਨੀ, ਗੁਰਦੁਆਰੇ ਜਾਣਾ ਆਉਣਾ ਛੱਡ ਦਿੰਦਾ ਹੈ। ਉਦੋਂ ਫਿਰ ਉਹ ਬੰਦਾ ਫਿਰ ਪਿਛਾਂ ਨੂੰ ਚਲਾ ਜਾਂਦਾ ਹੈ, ਫਿਰ ਘਾਟੇ ਪੈਂਦੇ ਹਨ, ਫਿਰ ਨੁਕਸਾਨ ਹੁੰਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉਪਦੇਸ਼ ਦੇ ਦੇ ਕੇ ਸਿੱਖਾਂ ਨੂੰ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਈਆਂ। ਧਾਰਮਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਨੈਤਿਕ ਤੌਰ 'ਤੇ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤੇ ਹੈ
ਕਿਸੇ ਪੱਖ ਤੋਂ ਅਧੂਰਾ ਨਹੀਂ ਰਹਿਣ ਦਿੱਤਾ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਇਹ ਪਾਵਨ ਕਥਾ ਨਾਲ ਜੁੜੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੁਨ ਅਗਲੇ ਦਿਨ ਸਤਿਗੁਰ ਪੂਰਨ, ਫਿਰ ਪੂਰੇ ਸਤਿਗੁਰੂ ਜੀ ਅਗਲੇ ਦਿਨ ਬਸਤਰ ਸ਼ਸਤਰ ਨਿਜ ਦੇਹ ਸਜਾਏ, ਆਪਣੇ ਬਸਤਰ ਸ਼ਸਤਰ ਸਜਾਏ ਹਨ ਆਪਣੇ ਸਰੀਰ ਉੱਤੇ। ਅੰਗ ਵਿਭੂਖਨ ਭੂਪਤ ਸੁੰਦਰ, ਰਾਜਿਆਂ ਮਹਾਰਾਜਿਆਂ ਵਾਲੇ ਸੁੰਦਰ ਗਹਿਣੇ ਪਹਿਨੇ ਹਨ। ਕਮਲ ਪੱਤਰ ਲੋਚਨ ਬਿਕਸਾਏ, ਕਮਲ ਵਰਗੀਆਂ ਸੁੰਦਰ ਅੱਖਾਂ ਖਿੜੀਆਂ ਮੇਰੇ ਸਤਿਗੁਰੂ ਜੀ ਦੀਆਂ। ਬੜੇ ਸੁੰਦਰ ਨੇਤਰ ਹਨ ਗੁਰੂ ਹਰਿਰਾਏ ਸਾਹਿਬ ਜੀ ਦੇ, ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਹਨ। ਜਿੱਧਰ ਵੀ ਦੇਖਦੇ ਹਨ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਸੇਵਕਾਂ ਦੇ ਦੁੱਖ ਦਲਿੱਦਰ ਦੂਰ ਕਰ ਦਿੰਦੇ ਹਨ। ਭੁਜ ਪਰ ਲੰਬ ਕਰ ਧਰਿਓ ਸਰਾਸਨ, ਬਾਹਾਂ ਮਹਾਰਾਜ ਦੀਆਂ ਗੋਡਿਆਂ ਤੱਕ ਲੰਮੀਆਂ ਹਨ। ਮੋਢੇ ਤੇ ਧਨੁष ਬਾਣ ਪਾਇਆ ਹੋਇਆ ਹੈ ਬਾਹਰ ਕੰਧ ਧਰ ਲੀਨ ਟਿਕਾਏ, ਤੇ ਉਹ ਧਨੁष ਬਾਣ ਆਪਣੇ ਮੋਢੇ ਤੇ ਧਰ ਲਿਆ ਹੈ। ਮੁਕਤਾ ਹੀਰਨ ਜਰਿਓ ਜਰਾਓ, ਜਿਨ੍ਹਾਂ ਵਿੱਚ ਹੀਰੇ ਮੋਤੀ ਜਵਾਹਰਾਤ ਜੜਾਊ ਜੜੇ ਹੋਏ ਹਨ। ਤੀਖਨ ਤੀਰਨ ਖੰਗ ਸਹਾਏ, ਇਹੋ ਜਿਹਾ ਪੱਥਾ ਤੀਰਾਂ ਨਾਲ ਭਰ ਲਿਆ ਹੈ। ਕਟ ਸ਼ਮਸ਼ੇਰ ਮੁਸ਼ਟ ਜਿਸ ਹਾਟਕ, ਕਹਿੰਦੇ ਗਾਤਰੇ ਵਿੱਚ ਤਲਵਾਰ ਪਹਿਨੀ ਹੈ ਜਿਹਦਾ ਮੁੱਠਾ ਸੋਨੇ ਦਾ ਹੀਰਿਆਂ ਨਾਲ ਜੜਿਆ ਹੋਇਆ ਬੜਾ ਹੀ ਸੁੰਦਰ ਹੈ। ਰੇਸ਼ਮ ਜਰੀ ਗਾਤਰਾ ਪਾਏ, ਔਰ ਰੇਸ਼ਮ ਦੀ ਤੇ ਜਰੀ ਦੀ ਕਢਾਈ ਵਾਲਾ ਸੁੰਦਰ ਰੇਸ਼ਮੀ ਗਾਤਰਾ ਗਲ ਵਿੱਚ ਪਹਿਨਿਆ, ਉਹਦੇ 'ਚ ਤਲਵਾਰ ਪਾਈ ਹੈ। ਸਤਿਗੁਰੂ ਜੀ ਨੇ ਆਇਸ ਕਰਕੇ ਅਸਬ ਮੰਗਾਇਬ, ਆਗਿਆ ਦਿੱਤੀ ਸਾਡਾ ਘੋੜਾ ਲੈ ਕੇ ਆਓ। ਸੇਵਾਦਾਰ ਘੋੜਾ ਕੱਸ ਕੇ ਲੈ ਆਏ ਹਨ। ਧਰਤ ਚਪਲਤਾ ਜਤ ਛਿਤ ਪਾਏ, ਉਹ ਘੋੜਾ ਬੜਾ ਚੰਚਲ ਤੇ ਬਲੀ ਹੈ ਔਰ ਧਰਤੀ ਤੇ ਪੈਰ ਨਹੀਂ ਲੱਗਣ ਦਿੰਦਾ। ਬੜਾ ਫੁਰਤੀਲਾ ਤੇ ਬੜਾ ਚੰਚਲ ਘੋੜਾ, ਬਲੀ ਘੋੜਾ, ਤੇ ਸਾਰੀ ਤਰ੍ਹਾਂ ਦੀ ਚਾਲਾਂ ਸਿੱਖਿਆ ਹੋਇਆ। ਛੋਟੀ ਰਵਾਲ, ਵੱਡੀ ਰਵਾਲ, ਰੇਵੀਆ, ਦੁੜਕੀ, ਦੌੜ, ਸਾਰੀ ਵਿਦਿਆ ਉਹ ਜਿਹੜੀ ਚਾਲਾਂ ਦੀ ਹੈ ਜਾਣਦਾ ਹੈ। ਬੜਾ ਸਮਝਦਾਰ ਸਿਆਣਾ ਘੋੜਾ ਹੈ। ਹੀਰੇ ਜਰੇ ਅਗਰ ਮਹਿ ਜਿਸ ਕੇ, ਜਿਹਦੇ ਅੱਗੇ ਹੀਰੇ ਮੋਤੀ ਜੜਿਆਂ ਦੀ ਸੁੰਦਰ ਜੀਨ ਜਰੀ ਦੇ ਪਤਾਏ, ਸੋਹਣੀ ਕਾਠੀ ਪਾਈ। ਕਾਠੀ ਵੀ ਘੋੜੇ ਦੀ ਸੋਨੇ ਦੀ, ਉਹਦੇ 'ਚ ਹੀਰੇ ਮੋਤੀ ਨਗ ਜੜੇ ਹਨ। ਉੱਤੇ ਜਰੀਦਾਰ ਝੁੱਲ ਹੈ। ਦੂਰੋਂ ਪਤਾ ਲੱਗਦਾ ਵੀ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਦਾ ਇਹ ਘੋੜਾ ਹੈ। ਪਏ ਅਰੂੜ ਰਾੜ ਗਨ ਜਿਨ ਕੇ, ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਸੁੰਦਰ ਘੋੜੇ ਉੱਤੇ ਸਵਾਰ ਹੋਏ ਹਨ। ਗਹੀ ਬਾਗ ਗਮਨੇ ਅਗਵਾਏ, ਮਹਾਰਾਜ ਸੱਚੇ ਪਾਤਸ਼ਾਹ ਜੀ ਸੁੰਦਰ ਘੋੜੇ ਦੀਆਂ ਬਾਗਾਂ ਫੜ ਕੇ ਤੁਰ ਪਏ। ਅੱਗੇ ਅੱਗੇ ਸੇਵਾਦਾਰ ਨਿਸ਼ਾਨ ਲੈ ਕੇ ਤੁਰ ਪਏ। ਕਹਿ ਮੁਖ ਸ਼ਬਦ ਤੇਜ ਅਸਕੀਨਸ, ਆ ਘੋੜੇ ਨੂੰ ਟਿਚਕਾਰ ਕੇ ਘੋੜਾ ਤੇਜ਼ ਕਰ ਲਿਆ ਹੈ। ਘੋੜਾ ਤੇਜ਼ ਦੌੜਾਇਆ ਹੈ। ਤਦ ਲਗਤਾ ਤੇ ਕਦਤ ਵਿਸਾਲ, ਘੋੜਾ ਪੈਰਾਂ ਦੇ ਨਾਲ ਧਰਤੀ ਤੇ ਪੈਰ ਲੱਗਣ ਨਹੀਂ ਦਿੰਦਾ। ਮੋਰ ਦੀ ਤਰ੍ਹਾਂ ਪੈਲਾਂ ਪਾਉਂਦਾ ਹੋਇਆ ਸਤਵੇਂ ਪਾਤਸ਼ਾਹ ਦਾ ਘੋੜਾ ਜਾ ਰਿਹਾ ਹੈ। ਜਨ ਕਨ ਸੁਨ ਸੁਨ ਮਨ ਗਨ ਮੁਦ ਕਰ, ਆਹ ਕਹਿੰਦੇ ਜਿਵੇਂ ਕਾਲੇ ਘਟਾਵਾਂ, ਕਾਲੀਆਂ ਬੱਦਲਾਂ ਦੀ ਆਵਾਜ਼ ਸੁਣ ਸੁਣ ਕੇ ਮੋਰ ਪੈਲਾਂ ਪਾਉਂਦਾ ਹੈ। ਗਰੀਬ ਮੋਰ ਕਰ ਮੋਰ ਉਤਾਲ, ਮੋਰ ਦੀ ਤਰ੍ਹਾਂ ਇਹ ਗਰਦਨ ਚੁੱਕ ਚੁੱਕ ਕੇ ਘੋੜਾ ਵੀ ਪੈਲਾਂ ਪਾਉਂਦਾ ਹੈ। ਨਾਚਤ ਜਾਤ ਸਬਤ ਅਤ ਸ਼ੋਭਾ, ਕਹਿੰਦੇ ਨੱਚਦਾ ਜਾਂਦਾ ਘੋੜਾ ਤੇ ਇਹਦੀਆਂ ਪਾਈਆਂ ਹਮੇਲਾਂ ਝਾਂਜਰਾਂ ਛਣਕਦੀਆਂ ਬੜੀ ਆਵਾਜ਼ ਆਉਂਦੀ ਹੈ। ਕਰ ਕੰਚਨ ਚੌਂਕੀ ਇਸ ਢਾਲ, ਔਰ ਕਹਿੰਦੇ ਗਲ ਦੇ ਵਿੱਚ ਸੁਨਹਿਰੀ ਸੁੰਦਰ ਹਮੇਲਾਂ ਪਾਈਆਂ ਤੇ ਪੈਰਾਂ ਦੇ ਵਿੱਚ ਝਾਂਜਰਾਂ ਪਾਈਆਂ। ਸੁੰਦਰ ਸ਼ਿੰਗਾਰ ਕੀਤਾ ਹੋਇਆ ਘੋੜੇ ਦਾ। ਮਨਹੁ ਚੰਚਲਾ ਥਰਕਨ ਤੇ ਥਿਰ, ਕਵੀ ਜੀ ਲਿਖਦੇ ਆ ਮਾਨੋ ਬਿਜਲੀ ਲਿਸ਼ਕਦੀ ਹੋਵੇ ਜਾਂ ਚੰਚਲਾ ਬਿਜਲੀ ਥਰਕਦੀ ਹੋਵੇ। ਲਪਤ ਰਹੀ ਇੱਕ ਥਲ ਹਿਤ ਨਾਲ, ਮਾਨੋ ਉਹ ਹਿਲਣੋਂ ਹਟ ਗਈ ਹੋਵੇ ਬਿਜਲੀ ਤੇ ਇੱਕ ਥਾਂ ਤੇ ਇਕੱਠੀ ਹੋ ਗਈ ਹੋਵੇ। ਘੋੜਾ ਬਿਜਲੀ ਦਾ ਹੀ ਰੂਪ ਹੈ ਤੇ ਮੂਰਤ ਧਾਰ ਕੇ ਮਾਨੋ ਬਿਜਲੀ ਹੀ ਖੜੀ ਹੈ ਗੁਰੂ ਸਾਹਿਬ ਜੀ ਦੀ ਸਵਾਰੀ ਵਾਸਤੇ। ਕਾਨਨ ਗਮਨੇ ਹਿਤ ਅਖੇਰ ਕੇ, ਐਸੇ ਘੋੜੇ ਦੇ ਉੱਤੇ ਬਹਿ ਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਚਾਹ ਨਾਲ ਪਾਲਿਆ ਸਿਖਾਇਆ ਸੀ,
ਗੁਰੂ ਸਾਹਿਬ ਜੀ ਬਾਗ ਵੱਲ ਗਏ ਹਨ, ਜੰਗਲ ਵੱਲ ਗਏ ਹਨ। ਸਕਲ ਬਾਹਨੀ ਸ਼ਸਤਰ ਸਜਾਏ, ਸਾਰੀ ਫੌਜ ਲੈ ਕੇ ਸ਼ਿਕਾਰ ਖੇਡਣ ਗਏ ਹਨ। ਚੜੇ ਤੁਰੰਗ ਕਰੰਗਨ ਸਮਸੇ, ਮਹਾਰਾਜ ਇਹੋ ਜਿਹੇ ਘੋੜਿਆਂ ਤੇ ਸਿੱਖ ਸਵਾਰ ਕਰਕੇ ਲੈ ਜਾਂਦੇ ਆ ਨਾਲ, ਜਿਹੜੇ ਘੋੜੇ ਹਵਾ ਨੂੰ ਪਿੱਛੇ ਛੱਡ ਜਾਣ। ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਜ। ਕੁਰੰਗ ਕਹਿੰਦੇ ਨੇ ਹਿਰਨਾਂ ਨੂੰ, ਤੁਰੰਗ ਕਹਿੰਦੇ ਨੇ ਘੋੜਿਆਂ ਨੂੰ। ਗੁਰੂ ਸਾਹਿਬਾਂ ਦੀਆਂ ਫੌਜਾਂ ਦੇ ਘੋੜੇ ਇਦਾਂ ਦੌੜਦੇ ਹਨ ਜਿਵੇਂ ਹਿਰਨ ਚੁੰਗੀਆਂ ਭਰਦੇ ਹਨ। ਬ੍ਰਿੰਦ ਭਏ ਪਛਾਤ ਤਵਾਏ, ਕਹਿੰਦੇ ਅੱਗੇ ਸ਼ਿਕਾਰ ਦੇ ਵਾਸਤੇ ਘੋੜੇ ਹਜ਼ਾਰਾਂ ਹੀ ਸਿੱਖ ਤਿਆਰ ਬਰ ਤਿਆਰ ਮਹਾਰਾਜ ਦੇ ਨਾਲ ਚੜੇ ਹਨ। ਸਗਨ ਬ੍ਰਿਛਨ ਮਹਿ ਸੈਲ ਸਮੀਪ ਹੈ, ਪਹਾੜਾਂ ਦੇ ਥੱਲੇ ਥੱਲੇ ਸੰਘਣੇ ਦਰਖਤਾਂ ਵਿੱਚ, ਜੰਗਲਾਂ ਵਿੱਚ ਗੁਰੂ ਸਾਹਿਬ ਜੀ ਫਿਰ ਰਹੇ ਹਨ। ਨਿਕ ਸਹਿਬਨ ਪਸ਼ੂ ਲੇਤ ਗਹਾਏ, ਔਰ ਜਿਹੜਾ ਕੋਈ ਪਸ਼ੂ ਜੰਗਲ ਚੋਂ ਨਿਕਲਦਾ ਉਹਨੂੰ ਪਕੜ ਲੈਂਦੇ, ਮਾਰਦੇ ਨਹੀਂ। ਗੁਰੂ ਛੇਵੇਂ ਪਾਤਸ਼ਾਹ ਦਾ ਸ਼ਿਕਾਰ ਖੇਡਦੇ ਸਨ, ਜੀਵਾਂ ਦਾ ਉਧਾਰ ਹੀ ਕਰ ਦਿੰਦੇ ਸਨ। ਪਰ ਸਤਵੇਂ ਪਾਤਸ਼ਾਹ ਜੀ ਮਹਾਰਾਜ ਕੋਮਲ ਚਿਤ ਬਿਰਤੀ ਹੈ, ਕਿਸੇ ਜੀਵ ਨੂੰ ਮਾਰਦੇ ਨਹੀਂ, ਜਿਉਂਦਿਆਂ ਫੜ ਕੇ ਲੈ ਆਉਂਦੇ ਹਨ। ਇਤ ਉਤ ਵਿਚਰਤ ਜਿਤ ਕਿਤ ਦੇਖਤ, ਜਿੱਧਰ ਉਧਰ ਵਿਚਰ ਕੇ ਜੰਗਲ 'ਚ ਜਾਨਵਰਾਂ ਨੂੰ ਦੇਖਦੇ ਹਨ ਤੇ ਫੜਦੇ ਹਨ। ਸ਼ੁਕਰ ਸਸੇ ਰੋਜ਼ ਗਨ ਧਾਏ, ਜੰਗਲੀ ਸੂਰ ਜਾਲ ਵਿੱਚ ਫਸਾ ਕੇ ਮਿਰਗਾਂ ਨੂੰ, ਖਰਗੋਸ਼ਾਂ ਨੂੰ, ਪੰਛੀਆਂ ਨੂੰ ਫੜ ਕੇ ਲੈ ਆਉਂਦੇ ਆ। ਕੁਝ ਸਮਾਂ ਆਪਣੇ ਕੋਲ ਰੱਖ ਕੇ ਕੀਰਤਪੁਰ ਸਾਹਿਬ ਉਹਨਾਂ ਦੀ ਸੇਵਾ ਕਰਦੇ ਆ, ਫਿਰ ਉਹਨਾਂ ਨੂੰ ਜੰਗਲ 'ਚ ਛੱਡ ਆਉਂਦੇ ਹਨ, ਹੋਰ ਲੈ ਆਉਂਦੇ ਹਨ। ਇਸ ਤਰ੍ਹਾਂ ਸਤਿਗੁਰੂ ਜੀ ਲੀਲਾ ਕਰਦੇ ਹਨ। ਉਹ ਤਾਂ ਕਰਦੇ ਹਨ ਕਿਉਂਕਿ ਸਿੱਖਾਂ ਦਾ ਜਿਹੜਾ ਸ਼ਿਕਾਰ ਖੇਡਣ ਦਾ ਅਭਿਆਸ ਬਣਿਆ ਰਵੇ, ਤੇ ਜੰਗ ਯੁੱਧ ਵਿੱਚ ਵੀ ਤਾਂ ਹੀ ਉਹਨਾਂ ਦੇ ਸਰੀਰ ਕਾਮਯਾਬ ਹੋਣਗੇ। ਕਿਉਂਕਿ ਸਾਧ ਸੰਗਤ ਜੀ ਜੰਗ ਦੇ ਵਿੱਚ ਜਦੋਂ ਜਾਈਦਾ ਉਦੋਂ ਸਰੀਰ ਬਹੁਤ ਫੁਰਤੀਲਾ ਚਾਹੀਦਾ ਹੈ, ਦੌੜਨਾ ਵੀ ਤੇ ਲੜਨਾ ਵੀ। ਸਾਰਾ ਸਾਰਾ ਦਿਨ ਖੰਡੇ ਵਾਹਣੇ ਕੋਈ ਸੌਖਾ ਕੰਮ ਨਹੀਂ ਹੈ। ਮੌਤ ਨਾਲ ਮਖੌਲਾਂ ਕਰਨੀਆਂ, ਮੌਤ ਨਾਲ ਗੱਲਾਂ ਕਰਨੀਆਂ, ਉਹਦੀ ਤਿਆਰੀ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਫੌਜ ਕੋਲੋਂ ਕਰਵਾਉਂਦੇ ਰਹਿੰਦੇ ਹਨ। ਨਿਕਟ ਨਿਕਟ ਪਰਬਤ ਕੇ ਗਮਨਤ, ਪਹਾੜ ਦੇ ਨੇੜੇ ਨੇੜੇ ਵਿਚਰਦੇ ਹਨ। ਖਗ ਮ੍ਰਿਗ ਤਰਾਸਤ ਜਾਤ ਪਲਾਏ, ਬਹੁਤ ਸਾਰੇ ਪੰਛੀ ਮਿਰਗ ਦੇਖ ਕੇ ਫੌਜਾਂ ਨੂੰ ਦੌੜ ਜਾਂਦੇ ਹਨ। ਜੰਮੂ ਚਲਹਿ ਪਛਾਤ ਬ੍ਰਿੰਦ ਸ਼ਬ, ਮਹਾਰਾਜ ਦੇ ਪਿੱਛੇ ਪਿੱਛੇ ਬਹੁਤ ਸਾਰੀ ਫੌਜ ਗੁਰੂ ਦੀ ਚਲਦੀ ਹੈ। ਆਗਿਆ ਸਰਪ ਚੱਲਿਓ ਇੱਕ ਆਏ, ਮਹਾਰਾਜ ਅੱਗੇ ਅੱਗੇ ਜਾ ਰਹੇ ਨੇ ਘੋੜੇ ਤੇ। ਅਚਾਨਕ ਕੀ ਦੇਖਿਆ ਹੈ, ਅੱਗੋਂ ਇੱਕ ਬੜਾ ਵੱਡਾ ਸੱਪ ਨਿਕਲਿਆ, ਅਜਗਰ। ਅੱਜ ਨਾਮ ਬੱਕਰੇ ਦਾ ਹੈ, ਗਰ ਨਾਮ ਖਾ ਜਾਣਦਾ ਹੈ। ਜਿਹੜਾ ਬੱਕਰੇ ਨੂੰ ਨਿਗਲ ਜਾਵੇ, ਸਾਬਤ ਬੱਕਰਾ ਖਾ ਜਾਵੇ, ਉਹਨੂੰ ਅਜਗਰ ਕਹਿੰਦੇ ਹਨ। ਬੜੇ ਬੜੇ ਵੱਡੇ ਸੱਪ ਵੇਖੇ। ਪਿੱਛੇ ਜੀ YouTube ਤੇ ਪਾਇਆ ਸੀ ਕਿਸੇ ਨੇ ਕਿ ਉਹ ਸੱਪ ਲੜਕੀ ਜਿਉਂਦੀ ਖਾ ਗਿਆ, ਅੰਦਰ ਲੰਘਾ ਗਿਆ। ਫਿਰ ਉਹਨੂੰ ਚੀਰਿਆ, ਤੇ ਜਦੋਂ ਚੀਰਿਆ ਤਾਂ ਉਸ ਲੜਕੀ ਦੀ ਵਿੱਚੋਂ ਡੈੱਡ ਬੋਡੀ ਨਿਕਲੀ, ਕਿਉਂਕਿ ਸਾਹ ਨਾ ਆਉਣ ਕਰਕੇ ਉਹ ਲੜਕੀ ਮਰ ਗਈ। ਇਹ ਜਿਹੜਾ ਅਜਗਰ ਹੈ, ਇਹ ਇਸ ਤਰ੍ਹਾਂ ਜੋ ਵੀ ਚੀਜ਼ ਉਹਨੂੰ ਮਿਲ ਜਾਵੇ ਖਾਣ ਨੂੰ, ਉਹਨੂੰ ਹੜਪ ਜਾਂਦਾ ਹੈ, ਫਿਰ ਆਪਣੇ ਅੰਦਰ ਲੰਘਾ ਲੈਂਦਾ। ਬੱਕਰੇ ਨੂੰ ਵੀ ਸਾਬਤ ਅੰਦਰ ਲੰਘਾ ਲੈਂਦਾ, ਫਿਰ ਹੌਲੇ ਹੌਲੇ ਉਹਨੂੰ ਅੰਦਰੋਂ ਅੰਦਰ ਹੀ ਗਾਲ ਕੇ ਖਾਂਦਾ ਰਹਿੰਦਾ ਹੈ। ਤੇ ਜਿਵੇਂ ਪਸ਼ੂ ਜੁਗਾਲੀ ਕਰਦੇ ਨੇ, ਇਸ ਤਰ੍ਹਾਂ ਕੋਈ ਇਹਦਾ ਸਿਸਟਮ ਹੈ। ਸੋ ਸਾਧ ਸੰਗਤ ਜੀ, ਜਿਹੜਾ ਬਹੁਤ ਵੱਡਾ ਸੱਪ ਹੁੰਦਾ, ਅਜਗਰ ਸੱਪ, ਉਹ ਸਾਹਮਣੇ ਤੁਰਿਆ ਆਉਂਦਾ ਗੁਰੂ ਸਾਹਿਬ ਜੀ ਨੂੰ ਦਿਸਿਆ ਹੈ। ਅਜਗਰ ਸੰਗਿਆ ਕਹੈ ਲੋਕ ਜਿਸ ਸੱਪ ਨੂੰ ਅਜਗਰ ਕਹਿੰਦੇ। ਸੱਪਾਂ ਦੀਆਂ ਬੜੀਆਂ ਹੀ ਗੋਲੀਆਂ ਹਨ, ਕੋਈ 101 ਦੱਸਦਾ ਹੈ, ਕੋਈ 5000 ਦੱਸਦਾ ਹੈ, ਕੋਈ ਜ਼ਿਆਦਾ ਕੋਈ ਘੱਟ। ਜਿੰਨੀ ਕਿਸੇ ਨੇ ਖੋਜ ਕੀਤੀ ਹੈ, ਇੰਨੀ ਕਿਸਮ ਦੇ ਸੱਪ ਹੁੰਦੇ ਹਨ। ਪਰ ਅਜਗਰ ਜਿਹੜਾ ਹੈ, ਇਹ ਬੜਾ ਮਸ਼ਹੂਰ ਹੈ। ਇਹ ਬਹੁਤ ਵੱਡੇ, ਇਹਨੂੰ ਸਰਾਲ ਵੀ ਕਹਿ ਦਿੰਦੇ ਨੇ, ਅਜਗਰ ਵੀ ਕਹਿ ਦਿੰਦੇ ਨੇ। ਇਹ ਬਹੁਤ ਵੱਡਾ ਸੱਪ ਅਜਗਰ ਜਿਹੜਾ, ਉਹ ਗੁਰੂ ਸਾਹਿਬ ਦੇ ਜਿਹੜੇ ਰਾਹ ਤੋਂ ਸਤਵੇਂ ਪਾਤਸ਼ਾਹ ਤੁਰੇ ਜਾਂਦੇ ਸਨ, ਉਸ ਰਸਤੇ ਤੋਂ ਤੁਰਿਆ ਸਾਹਮਣੇ ਆ ਰਿਹਾ ਦਿਖਿਆ ਹੈ। ਔਰ ਉਸ ਸੱਪ ਦੇ ਸਰੀਰ 'ਚ ਬਹੁਤ ਸਾਰੀਆਂ ਕੀੜੀਆਂ ਪਈਆਂ ਹੋਈਆਂ।
ਤੇ ਕੀੜੀਆਂ ਉਹਨੂੰ ਕੱਟ ਕੇ ਖਾਂਦੀਆਂ ਹਨ। ਕੀੜੀਆਂ ਕਿੰਨੀਆਂ ਹਨ? ਲੱਖਾਂ ਦੀ ਤਾਦਾਦ ਵਿੱਚ ਸੱਪ ਦੇ ਸਰੀਰ 'ਚ ਕੀੜੀਆਂ ਵੜ ਗਈਆਂ ਤੇ ਉਹਦਾ ਮਾਸ ਕੱਟ ਕੇ ਖਾਈ ਜਾਂਦੀਆਂ ਨੇ। ਫਟਕਤ ਪਹੁੰਚੇ ਸੋ ਫਟਕਤ ਫਨ ਕੋ। ਉਹ ਸੱਪ ਉਹਨਾਂ ਕੀੜੀਆਂ ਦੇ ਦੁੱਖ ਤੋਂ ਦੁਖੀ ਹੋਇਆ, ਕਦੀ ਫਣ ਜ਼ਮੀਨ ਤੇ ਮਾਰਦਾ, ਕਦੀ ਪੂਛ ਮਾਰਦਾ, ਬੜਾ ਤੜਫਦਾ ਹੈ, ਬਹੁਤ ਪਰੇਸ਼ਾਨ ਹੈ। ਸੱਪ ਦੀ ਬਹੁਤ ਮਾੜੀ ਹਾਲਤ ਹੈ। ਤੜਫਤ ਲਿਟਤ ਬਿਕੁਲ ਅਕਲਾਏ। ਉਹ ਸੱਪ ਕੀੜੀਆਂ ਦੁਆਰਾ ਸਤਾਇਆ ਹੋਇਆ ਵਿਆਕੁਲ ਹੈ, ਤੜਫਦਾ ਕਦੀ ਪੂਛ ਆਪਣੀ ਜ਼ਮੀਨ ਤੇ ਮਾਰਦਾ ਹੈ, ਕਦੀ ਫਣ ਸੁੱਟਦਾ ਹੈ, ਕਦੀ ਪਲਸੇਟੇ ਮਾਰਦਾ ਹੈ, ਪਰ ਉਹਦਾ ਕੋਈ ਵੱਸ ਨਹੀਂ ਚੱਲਦਾ। ਉਹਦੇ ਸਰੀਰ ਸਾਰੇ ਦੇ ਅੰਦਰ ਕੀੜੀਆਂ ਵੜ ਚੁੱਕੀਆਂ ਹਨ। ਉਹਨਾਂ ਕੀੜੀਆਂ ਨੇ ਸਰੀਰ 'ਚ ਮੋਰੇ ਕਰ ਦਿੱਤੇ ਹਨ, ਵਿੱਚ ਛੇਕ ਕਰ ਦਿੱਤੇ ਹਨ ਤੇ ਅੰਦਰ ਵੜ ਕੇ ਸਰੀਰ ਦੇ ਕੀੜੀਆਂ ਦਾ ਮਾਸ ਖਾਂਦੀਆਂ ਹਨ। ਵੱਡੋ ਲੰਬ ਔਰ ਮੋਟੇ ਤਨ ਕੋ। ਬੜਾ ਲੰਮਾ, ਕੋਈ 10, 12, 15 ਫੁੱਟ ਉਹਦਾ ਲੰਮਾ ਸਰੀਰ ਹੈ ਤੇ ਤਨ ਵੀ ਉਹਦਾ ਮੋਟਾ ਹੈ, ਲੰਮਾ ਵੀ ਹੈ ਤੇ ਮੋਟਾ ਅਜਗਰ ਸੱਪ ਹੈ। ਪ੍ਰਾਪਤ ਜਿਸ ਕੋ ਕਸ਼ਟ ਵਿਸ਼ਾਲ। ਔਰ ਇਸ ਨੂੰ ਬੜਾ ਭਾਰੀ ਕਸ਼ਟ ਹੋ ਰਿਹਾ ਹੈ, ਬੜੀ ਪੀੜਾ ਸਹਿ ਰਿਹਾ ਹੈ, ਸਰੀਰ ਇਸ ਦਾ ਦੁਖੀ ਹੈ। ਪਾਟਤ ਕੀਤੀ ਉਲਟ ਪਲਟ ਹੋਇਆ। ਦੁਖੀ ਇਸ ਕਰਕੇ ਕੀੜੀਆਂ ਕੱਟ ਖਾਂਦੀਆਂ ਨੇ, ਕੀੜੀਆਂ ਇਹਦਾ ਮਾਸ ਖਾ ਰਹੀਆਂ ਨੇ ਤੇ ਇਹ ਫਿਰ ਉਹਨਾਂ ਤੋਂ ਬਚਣ ਲਈ ਆਲੇ ਦੁਆਲੇ ਸਰੀਰ ਨੂੰ ਪਲਸੇਟੇ ਮਾਰਦਾ, ਪਰ ਕੀੜੀਆਂ ਨੂੰ ਕੀ ਅਸਰ ਹੈ? ਉਹ ਤਾਂ ਉਹਦੇ ਅੰਦਰ ਵੜੀਆਂ ਹੋਈਆਂ ਨੇ, ਉਹ ਅੰਦਰੋਂ ਖਾਈ ਜਾਂਦੀਆਂ ਨੇ ਆਰਾਮ ਨਾਲ। ਜਿੰਨਾ ਮਰਜ਼ੀ ਪਲਸੇਟੇ ਮਾਰੀ ਜਾਵੇ, ਜਿੰਨਾ ਮਰਜ਼ੀ ਤੜਫੀ ਜਾਵੇ, ਕੀੜੀਆਂ ਇਹਦੇ ਤੇ ਤਰਸ ਨਹੀਂ ਕਰਦੀਆਂ। ਇਸ ਸੱਪ ਨੂੰ ਕੱਟ ਕੇ ਕੀੜੀਆਂ ਖਾਈ ਜਾਂਦੀਆਂ ਨੇ। ਭਏ ਦੇਹ ਮੈਂ ਛਿਦਰ ਕਰਾਲ। ਇਹਦੇ ਸਰੀਰ ਵਿੱਚ ਬੜੇ ਭਿਆਨਕ ਮੋਰੇ ਹੋ ਚੁੱਕੇ ਹਨ, ਸਰੀਰ ਦੇ ਵਿੱਚ ਮਘੋਰੇ ਹੋ ਚੁੱਕੇ ਹਨ। ਕੀੜੀਆਂ ਵਿੱਚ ਵੜ ਕੇ ਮੋਰੀਆਂ ਕਰ ਕੇ ਖਾਈ ਜਾਂਦੀਆਂ ਨੇ। ਕਈ ਉਰਲੇ ਪਾਸਿਓਂ ਮੋਰੀ ਹੋਈ, ਪਰਲੇ ਪਾਸੇ ਤਾਈਂ ਚਲੀ ਗਈ। ਆ ਜਿਹੜੀ ਕੱਕੀ ਕੀੜੀ ਹੈ ਨਾ, ਭੂਰੀ ਕੀੜੀ ਕਹਿੰਦੇ ਸਾਧ ਸੰਗਤ ਜੀ, ਇਹ ਤਾਂ ਇਤਨੀ ਹੈ ਵੀ ਇੱਕ ਪਾਸਿਓਂ ਵੜੇ ਤੇ ਦੂਜੇ ਪਾਸਿਓਂ ਨਿਕਲ ਜਾਵੇ, ਇਹ ਨਹੀਂ, ਜਿੱਥੋਂ ਜਾਈ ਕੱਟਦੀ ਜਾਂਦੀ ਹੈ। ਇਸ ਤਰ੍ਹਾਂ ਕੀੜੀਆਂ ਨੇ ਸਰੀਰ 'ਚ ਮੋਰੀਆਂ ਕੀਤੀਆਂ ਹੋਈਆਂ ਹਨ। ਕੁਛ ਨਾ ਉਪਾਉ ਬਚਾਉ ਹੋਨ ਕੋ। ਇਸ ਸੱਪ ਨੂੰ ਹੁਣ ਆਪਣੀ ਇਸ ਦੁੱਖ ਤੋਂ ਬਚਣ ਦਾ ਕੋਈ ਉਪਾਅ ਨਜ਼ਰ ਨਹੀਂ ਆਉਂਦਾ। ਕਿਸੇ ਤਰ੍ਹਾਂ ਵੀ ਉਹ ਕੀੜੀਆਂ ਖਹਿੜਾ ਨਹੀਂ ਛੱਡਦੀਆਂ। ਲੱਖਾਂ ਖਾਏ ਮਹਾ ਬਿਕਰਾਲ। ਲੱਖਾਂ ਹੀ ਕੀੜੀਆਂ ਇਸ ਨੂੰ ਖਾ ਰਹੀਆਂ ਨੇ ਤੇ ਬੜਾ ਹੀ ਭਿਆਨਕ ਉਹਦੇ ਵਾਸਤੇ, ਸੱਪ ਦੇ ਵਾਸਤੇ ਉਹ ਸਮਾਂ ਬੜਾ ਡਰਾਉਣਾ ਹੈ, ਬੜਾ ਦੁਖਦਾਈ ਹੈ, ਬੜਾ ਕਸ਼ਟਦਾਇਕ ਹੈ। ਸੱਪ ਬਹੁਤ ਜ਼ਿਆਦਾ ਦੁਖੀ ਹੋ ਰਿਹਾ ਹੈ। ਸ਼੍ਰੀ ਹਰਿ ਰਾਏ ਪੇ ਲੋਕਨ ਕੀਨਸ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ 7ਵੇਂ ਪਾਤਸ਼ਾਹ ਨੇ ਦੂਰੋਂ ਆਉਂਦਿਆਂ ਵੇਖ ਲਿਆ, ਪਛਾਣ ਲਿਆ। ਕਿਰਪਾ ਧਾਰ ਕਰ ਤਨੁਖ ਸੰਭਾਲ। ਤੇ ਉਸੇ ਵੇਲੇ ਮਹਾਰਾਜ ਮਿਹਰ ਦੀ ਨਿਗਾਹ ਵਿੱਚ ਆਏ, ਕਿਰਪਾ ਕੀਤੀ, ਆਪਣੇ ਮੋਢੇ ਤੋਂ ਧਨੁਸ਼ ਬਾਣ ਉਤਾਰਿਆ। ਤਰਕਸ਼ ਤੇ ਸਰ ਕਰਿਓ ਨਿਕਾਸਨ। ਆਪਣੇ ਪੱਥੇ ਚੋਂ ਤੀਰ ਕੱਢਿਆ 7ਵੇਂ ਪਾਤਸ਼ਾਹ ਜੀ ਨੇ। ਅਰਧ ਚੰਦਰਾਕਾਰ ਮਹਾਨ। ਇਹ ਤੀਰ ਸਾਧ ਸੰਗਤ ਜੀ ਕਈ ਕਿਸਮ ਦੇ ਹੁੰਦੇ ਨੇ। ਇੱਕ ਅਰਧ ਚੰਦਰਾਕਾਰ ਹੁੰਦਾ ਹੈ, ਜਿਵੇਂ ਅੱਧਾ ਚੰਦਰਮਾ ਨਹੀਂ ਹੁੰਦਾ, ਜਿਵੇਂ ਮੱਸਿਆ ਤੋਂ 2-3 ਦਿਨ ਬਾਅਦ ਦੂਜ ਦਾ ਚੰਦਰਮਾ ਚੜ੍ਹ ਜਾਂਦਾ ਹੈ, ਜਾਂ ਜਿਵੇਂ ਸਾਧ ਸੰਗਤ ਜੀ ਖਰਬੂਜੇ ਦੀ ਫਾੜੀ ਹੁੰਦੀ ਹੈ, ਇੱਦਾਂ ਦਾ ਇੱਕ ਤੀਰ ਹੁੰਦਾ, ਅਗਲੇ ਪਾਸੇ ਦੀ ਮੁਖੀ ਇੱਦਾਂ ਦੀ ਹੁੰਦੀ ਹੈ। ਉਹ ਜਾਂ ਤਾਂ ਦੁਸ਼ਮਣ ਦੀ ਗਰਦਨ ਕੱਟਣ ਲਈ ਵਰਤਿਆ ਜਾਂਦਾ ਹੈ, ਜਾਂ ਦੁਸ਼ਮਣ ਦੇ ਤੀਰ ਕਮਾਨ ਦੀ ਤੰਦੀ ਕੱਟਣ ਲਈ ਵਰਤਿਆ ਜਾਂਦਾ ਹੈ। ਤਿੱਖਾ ਬਹੁਤ ਹੁੰਦਾ ਅਗਲੇ ਪਾਸਿਓਂ, ਤੇ ਜੇ ਦੁਸ਼ਮਣ ਦੀ ਸਾਹ ਰੰਗ ਤੇ ਮਾਰੀਏ ਤੇ ਸਾਹ ਰੰਗ ਕੱਟ ਦਿੰਦਾ, ਕਈ ਵਾਰੀ ਗਰਦਨ ਹੀ ਉਡਾ ਦਿੰਦਾ ਹੈ। ਤੇ ਜੇ ਉਹਨੂੰ ਦੁਸ਼ਮਣ ਦੇ ਤੀਰ ਕਮਾਨ ਦੀ ਤੰਦੀ ਕੱਟਣ ਲਈ ਤੰਦੀ ਤੇ ਮਾਰੀਏ ਤਾਂ ਉਹਦੀ ਤੰਦੀ ਕੱਟ ਕੇ ਲੈ ਜਾਂਦਾ, ਕਿਉਂਕਿ ਅੱਗੋਂ ਉਹ ਨੁਕੀਲਾ ਨਹੀਂ ਹੁੰਦਾ, ਉਹ ਗੋਲ ਹੁੰਦਾ ਹੈ। ਇਸ ਤਰ੍ਹਾਂ ਅਰਧ ਚੰਦਰਾਕਾਰ ਤੀਰ ਗੁਰੂ ਸਾਹਿਬ ਨੇ ਪੱਥੇ ਚੋਂ ਕੱਢਿਆ ਤੇ ਆਪਣੇ ਚਿੱਲੇ ਚਾੜਿਆ ਹੈ। ਜੇਹ ਬਿਖੈ ਆਰੋਪਨ ਕਰ ਦਿੜ। ਕਮਾਨ ਦੀ ਜੇਹ ਵਿੱਚ ਆਰੋਪਨ ਕਰਕੇ ਹੱਥ ਤਾਨ ਤੇ ਕੇਤਕ ਤਾਨ। ਔਰ ਆਪਣੇ ਹੱਥ ਨਾਲ ਉਹਨੂੰ ਖਿੱਚਿਆ ਹੈ। ਜਿੰਨੀ ਕੁ ਲੋੜ ਸੀ ਸੱਪ ਦੀ ਗਰਦਨ ਕੱਟਣ ਵਾਸਤੇ, ਉਹਨਾਂ ਕੁ ਮਹਾਰਾਜ ਨੇ ਤੀਰ ਨੂੰ ਖਿੱਚ ਦਿੱਤੀ ਹੈ
ਤੜ ਦਿੱਤੀ ਹੈ ਕਮਾਨ ਨੂੰ। ਸ਼੍ਰੀ ਹਰਿ ਰਾਏ ਸੋ ਬਾਣ ਪ੍ਰਹਾਰਿਓ। ਫਿਰ ਸਤਿਗੁਰੂ ਜੀ ਨੇ ਆਪਣਾ ਬਾਣ ਛੱਡ ਦਿੱਤਾ ਹੈ। ਕਾਟ ਦੀਨ ਸਿਰ ਕੀਨ ਸਹਾਨ। ਉਹ ਜਾ ਕੇ ਤੀਰ ਸਤਿਗੁਰਾਂ ਦਾ ਅਰਧ ਚੰਦਰਾਕਾਰ ਉਸ ਸੱਪ ਦੇ ਫਣ ਤੇ ਲੱਗਾ ਹੈ, ਉਹਦੇ ਸਿਰ ਤੇ ਲੱਗਾ ਹੈ, ਤੇ ਉਹਦਾ ਸਿਰ ਵੱਢ ਕੇ ਵੱਖਰਾ ਕਰ ਦਿੱਤਾ ਹੈ। ਮ੍ਰਿਤਕ ਭਇਓ ਸ਼ਬਗਤ ਕੋ ਪ੍ਰਾਪਤ। ਸਤਿਗੁਰੂ ਜੀ ਦੇ ਤੀਰ ਨਾਲ ਉਸ ਸੱਪ ਦੀ ਮ੍ਰਿਤੂ ਹੋ ਗਈ ਹੈ, ਉਹਦੀ ਉਸੇ ਵੇਲੇ ਮੁਕਤੀ ਹੋਈ ਹੈ, ਸ਼ੁਭ ਗਤੀ ਨੂੰ ਪ੍ਰਾਪਤ ਹੋਇਆ। ਗੁਰੂ ਸਾਹਿਬ ਜੀ ਦੇ ਦਰਸ਼ਨ ਵੀ ਹੋ ਗਏ ਉਸ ਨੂੰ, ਤੇ ਗੁਰੂ ਸਾਹਿਬ ਦੇ ਹੱਥੋਂ ਉਸ ਦੀ ਮੁਕਤੀ ਹੋ ਗਈ। ਗਮਨਿਓ ਉਰਦ ਅਰੂਢ ਵਿਮਾਨ। ਉਹ ਵਿਮਾਨ ਵਿੱਚ ਬੈਠ ਕੇ ਜਦੋਂ ਸੱਚਖੰਡ ਨੂੰ ਚਲਾ ਗਿਆ, ਕੌਤਕ ਦੇਖ ਚਮੂ ਚਿਤ ਚਕਰਿਤ। ਸਾਰੀ ਫੌਜ ਇਹ ਕੌਤਕ ਵੇਖ ਕੇ ਬੜੀ ਹੈਰਾਨ ਹੋਈ। ਜਿੰਨੀ ਮਹਾਰਾਜ ਦੀ ਫੌਜ ਸੀ, ਜਿੰਨੀ ਸੈਨਾ ਸੀ, ਸਾਰੀ ਇਹ ਕੌਤਕ ਵੇਖ ਕੇ ਹੈਰਾਨ ਹੋਈ ਵੀ ਸੱਪ ਸਿੱਧਾ ਹੀ ਆ ਰਿਹਾ ਸੀ, ਤੇ ਇਹਦੇ ਸਰੀਰ ਦੇ ਵਿੱਚ ਕੀੜੀਆਂ ਵੀ ਬੜੀਆਂ ਸਨ। ਗੁਰੂ ਸਾਹਿਬ ਨੇ ਇੱਕ ਤੀਰ ਮਾਰਿਆ ਹੈ, ਇਹਦੀ ਮੁਕਤੀ ਹੋ ਗਈ ਹੈ, ਤੇ ਸੱਪ ਦੇ ਸਰੀਰ ਚੋਂ ਲੱਖਾਂ ਹੀ ਕੀੜੀਆਂ ਬਾਹਰ ਨਿਕਲੀਆਂ ਹਨ। ਬੂਝਤ ਭਏ ਗੁਰਨ ਕੇ ਪਾਸ। ਤੇ ਸਿੱਖ ਮਹਾਰਾਜ ਨੂੰ ਪੁੱਛਣ ਲੱਗੇ, ਕੌਣ ਹੋ ਤੋ ਪ੍ਰਭ ਕਰੋ ਬਤਾਵਨ। ਇਹ ਮਹਾਰਾਜ, ਇਹ ਬੰਦਾ ਕੌਣ ਸੀਗਾ, ਕਿਰਪਾ ਕਰਕੇ ਦੱਸੋ। ਕੌਣ ਪਾਪ ਕੋ ਫਲ ਪਾਤਾਸ। ਇਹ ਕੌਣ ਸੀ, ਇਹਨੂੰ ਕਿਹੜੇ ਪਾਪ ਦੀ ਇਹ ਸਜ਼ਾ ਮਿਲੀ ਸੀ, ਇੰਨਾ ਦੁਖੀ ਸੀ, ਸੱਪ ਦੀ ਜੂਨ 'ਚ ਪਿਆ ਹੋਇਆ ਸੀ। ਕੋਈ ਪਿਛਲੇ ਜਨਮ 'ਚ ਕੋਈ ਪਾਪ ਕੀਤਾ ਹੋਣਾ, ਤਾਂ ਹੀ ਇਸ ਜੂਨੀ 'ਚ ਪਿਆ ਹੈ, ਔਰ ਕੀੜੀਆਂ ਇਸ ਨੂੰ ਕੱਟ ਖਾਂਦੀਆਂ ਹਨ। ਸਤਿਗੁਰੂ ਜੀ ਆਪ ਜੀ ਨੇ ਇਸ ਦੀ ਮੁਕਤੀ ਕੀਤੀ ਹੈ। ਇਹ ਪਿਛਲੇ ਜਨਮ 'ਚ ਕੌਣ ਆਦਮੀ ਸੀ? ਆਮਖ ਕਾਟ ਕਰ ਕੀਟੀ। ਕੀੜੀਆਂ ਇਹਦਾ ਮਾਸ ਕੱਟ ਕੇ ਖਾ ਰਹੀਆਂ ਸਨ। ਕੀਨੇ ਛਿਦਰ ਪਾਏ ਦੁਖ ਰਾਸ। ਸਰੀਰ ਦੇ ਵਿੱਚ ਮੋਰੀਆਂ ਕਰ ਦਿੱਤੀਆਂ, ਤੇ ਕੀੜੀਆਂ ਨੇ ਇਹਨੂੰ ਇੰਨਾ ਦੁੱਖ ਦਿੱਤਾ ਕਿ ਪਤਾ ਨਹੀਂ ਕਿੰਨੇ ਮਹੀਨਿਆਂ ਤੋਂ ਕਿ ਸਾਲਾਂ ਤੋਂ ਦੁਖੀ ਸੀ, ਕਿਉਂਕਿ ਸੱਪ ਦੀ ਜੂਨ ਜਿਹੜੀ ਹੈ ਬੜੀ ਲੰਮਾ ਸਮਾਂ ਰਹਿੰਦੀ ਹੈ। ਇਹ ਸਾਹ ਜਿਹੜਾ ਹੌਲੇ ਹੌਲੇ ਲੈਂਦਾ, ਇਸ ਕਰਕੇ ਛੇਤੀ ਮਰਦਾ ਨਹੀਂ। ਤੇ ਇਹਨੂੰ ਜੇ ਕੀੜੀਆਂ ਪੈ ਜਾਣ, ਖਾਈ ਜਾਣ, ਤਾਂ ਕੋਈ ਪਤਾ 20 ਸਾਲ ਖਾਣ, 50 ਸਾਲ ਖਾਣ, 100 ਸਾਲ ਖਾਣ। ਇੱਕ ਦਿਨ ਦਾ ਤਾਂ ਦੁਖੀ ਨਹੀਂ ਸੀ, ਕਦੋਂ ਦਾ ਹੀ ਦੁਖੀ ਸੀ। ਤਰਪਤ ਕੋ ਬਲੋਕ ਕਰ ਕਰਨਾ। ਆਪ ਜੀ ਨੇ ਇਸ ਨੂੰ ਤੜਫਦੇ ਹੋਏ ਨੂੰ ਦਇਆ ਕੀਤੀ ਇਹਦੇ ਉੱਤੇ। ਆਪ ਬਾਣ ਤੇ ਕਰਿਓ ਵਿਨਾਸ਼। ਆਪ ਜੀ ਨੇ ਤੀਰ ਮਾਰ ਕੇ ਇਹਦਾ ਵਿਨਾਸ਼ ਕਰ ਦਿੱਤਾ ਹੈ। ਆਪ ਜੀ ਨੇ ਇਸ ਦੀ ਮੁਕਤੀ ਕਰ ਦਿੱਤੀ ਹੈ। ਸਤਿਗੁਰੂ ਜੀ ਸੁਣ ਅਰਦਾਸ ਸੇਵਕਨ ਕੇਰੀ। ਸਿੱਖਾਂ ਦੀ ਇਹ ਅਰਦਾਸ ਬੇਨਤੀ ਸੁਣ ਕੇ ਸਰਬ ਬਿਰਤਾਂਤ ਗੁਰੂ ਸਮਝਾਏ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਸਾਰੀ ਕਥਾ ਇਸ ਤਰ੍ਹਾਂ ਸਮਝਾਉਂਦੇ ਹਨ। ਪ੍ਰਥਮ ਜਨਮ ਮੈਂ ਪੰਡਤ ਦਿਜ ਇਹੋ। ਮਹਾਰਾਜ ਕਹਿੰਦੇ ਖਾਲਸਾ ਜੀ, ਇਹ ਪਿਛਲੇ ਜਨਮ ਦਾ ਬਾਹਮਣ ਸੀਗਾ, ਪੰਡਤ ਸੀ, ਬ੍ਰਾਹਮਣਾਂ ਦੇ ਘਰ ਦਾ ਜਨਮ ਸੀ, ਔਰ ਵੇਦ ਸ਼ਾਸਤਰਾਂ ਦਾ, ਸਿਮਰਤੀਆਂ ਦਾ ਗਿਆਤਾ ਸੀ। ਗੁਰੂ ਕਹਾਵਤ ਨਰ ਸਮਝਾਏ। ਇਹ ਲੋਕਾਂ 'ਚ ਆਪਣੇ ਆਪ ਨੂੰ ਗੁਰੂ ਸੁਧਾਉਂਦਾ ਸੀ। ਗੁਰੂ ਸੁਧਾਏ ਅਗਿਆਨੀ ਅੰਧਾ, ਕਿਸ ਉਹ ਮਾਰਗ ਪਾਏ। ਆਪ ਤਾਂ ਇਹਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਨਹੀਂ ਸੀ ਹੋਈ, ਆਪ ਤਾਂ ਇਹਨੂੰ ਜੋਤ ਪ੍ਰਕਾਸ਼ ਹੋਈ ਨਹੀਂ ਸੀ, ਪਰ ਦੂਜਿਆਂ ਦਾ ਗੁਰੂ ਬਣਿਆ ਫਿਰਦਾ ਸੀ, ਤੇ ਵਾਚ ਗਿਆਨੀ ਸੀ, ਗੱਲਾਂ ਬਾਤਾਂ ਕਰਨ ਜੋਗਾ ਸੀ, ਅਨੁਭਵ ਕੁਛ ਵੀ ਨਹੀਂ ਸੀ। ਸੋ ਐਸਾ ਇੱਕ ਕਥਨੀ ਵਾਲਾ ਗਿਆਨੀ ਸੀ, ਕਰਨੀ ਵਾਲਾ ਨਹੀਂ ਸੀ। ਹਾਂਜੀ। ਅਹੰਕਾਰ ਤੇ ਅਪਰਿਓ ਨਿਤ ਪ੍ਰਤ। ਔਰ ਇਹ ਹੰਕਾਰ ਵਿੱਚ ਰਹਿੰਦਾ ਸੀ ਵੀ ਮੈਂ ਬਹੁਤ ਵੇਦ ਸ਼ਾਸਤਰ ਪੜ੍ਹੇ ਹਨ, ਮੇਰੇ ਕੋਲ ਬੜੀ ਵਿਦਿਆ ਹੈ, ਮੈਂ ਸਿਮਰਤੀਆਂ ਸ਼ਾਸਤਰਾਂ ਦਾ ਵੀ ਗਿਆਤਾ ਹਾਂ, ਮੈਂ ਬ੍ਰਹਮ ਸਰੋਤਰੀ, ਮੈਂ ਬ੍ਰਹਮਨੇਸ਼ਟੀ। ਇੱਦਾਂ ਆਪਣੇ ਆਪ ਨੂੰ ਬ੍ਰਹਮਨੇਸ਼ਟੀ ਔਰ ਬ੍ਰਹਮ ਸਰੋਤਰੀ ਕਹਿੰਦਾ ਸੀ। ਸਭਨ ਕੋ ਉਪਦੇਸ਼ ਬਤਾਏ। ਸਾਰਿਆਂ ਨੂੰ ਉਪਦੇਸ਼ ਦਿਆ ਕਰਦਾ ਸੀ। ਕਬੀਰ ਬਾਹਮਣ ਗੁਰੂ ਹੈ ਜਗਤ ਕਾ। ਲੋਕਾਂ ਵਿੱਚ ਬਾਹਮਣ ਗੁਰੂਪਣਾ ਨਿਭਾਉਂਦੇ ਹਨ। ਸੋ ਇਹ ਵੀ ਗੁਰੂ ਬਣਿਆ ਹੋਇਆ ਸੀ, ਔਰ ਆਪਣੇ ਆਪ
ਲੋਕਾਂ ਨੂੰ ਉਪਦੇਸ਼ ਦਿੰਦਾ ਸੀ। ਮਤ ਬੇਤਾਂਤ ਕੋ ਭਾਉ ਭਗਤ ਤਜ। ਹਾਂ, ਕਹਿੰਦੇ ਵਿਦਾਂਤ ਦਾ ਮਤ ਪੜ੍ਹ ਲਿਆ ਸੀ, ਪਰ ਪ੍ਰੇਮਾ ਭਗਤੀ ਛੱਡੀ ਹੋਈ ਸੀ। ਪ੍ਰੇਮਾ ਭਗਤੀ ਨਹੀਂ ਸੀ ਕਰਦਾ। ਕਰਤ ਪਖੰਡ ਰਹਿਓ ਅਧਿਕਾਏ। ਹਾਂ, ਉਹ ਫਿਰ ਨਾ ਉਹਨੂੰ ਗਿਆਨ ਦੀ ਪ੍ਰਾਪਤੀ ਸੀ ਤੇ ਨਾ ਹੀ ਉਹਨੂੰ ਪ੍ਰੇਮਾ ਭਗਤੀ ਸੀ। ਬਸ ਪਖੰਡ ਕਰਦਾ ਸੀ ਲੋਕਾਂ ਵਿੱਚ। ਆਪਣੀ ਪੂਜਾ ਪ੍ਰਤਿਸ਼ਠਾ ਵਾਸਤੇ ਮਿੱਠੀਆਂ ਮਿੱਠੀਆਂ 4 ਗੱਲਾਂ ਸੁਣਾ ਦੇਣੀਆਂ ਤੇ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਣੀ। ਇਸ ਤਰ੍ਹਾਂ ਦਾ ਵਿਹਾਰ ਕਰਦਾ ਸੀ। ਅਹੰਗ ਬ੍ਰਹਮ ਕੋ ਬਦਨ ਬਖਾਨੈ। ਮੂੰਹ ਤੋਂ ਆਪਣੇ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਏਦਾਂ ਕਹਿੰਦਾ ਸੀ। ਹਿਰਦੈ ਨ ਲੇਸ਼ ਭਇਓ ਪਰਵੇਸ਼। ਪਰ ਇਹ ਗੱਲ ਉਹਦੇ ਹਿਰਦੇ ਵਿੱਚ ਪ੍ਰਵੇਸ਼ ਨਹੀਂ ਸੀ ਹੋਈ। ਉਹਦੇ ਮੂੰਹ ਦੇ ਉੱਤੇ ਸੀ, ਵਾਚ ਗਿਆਨ ਨਹੀਂ ਸੀ। ਮੂੰਹ ਤੋਂ ਕਹਿੰਦਾ ਸੀ ਅਹੰ ਬ੍ਰਹਮ ਅਸਮੀ, ਪਰ ਆਤਮਾ 'ਚ ਆਪਣੇ ਹਿਰਦੇ ਵਿੱਚ ਅਹੰ ਬ੍ਰਹਮ ਅਸਮੀ ਦਾ ਅਨੁਭਵ ਨਹੀਂ ਸੀ। ਅਹੰ ਬ੍ਰਹਮ ਅਸਮੀ ਦਾ ਮਤਲਬ ਹੁੰਦਾ ਮੈਂ ਬ੍ਰਹਮ ਹਾਂ, ਮੈਂ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੀ ਜੋਤ ਹਾਂ। ਇਹ ਵੇਦ ਦਾ ਵਾਕ ਹੈ। 4 ਮਹਾਵਾਕ ਹਨ ਵਿਚਾਰਾਂ ਵੇਦਾਂ ਦੇ। ਅਹੰ ਬ੍ਰਹਮ ਅਸਮੀ ਤਤਮਸੀ, ਅਯਮ ਆਤਮਾ ਬ੍ਰਹਮ, ਪ੍ਰਗਿਆਨਮ ਬ੍ਰਹਮ। ਤੋ ਇਸ ਤਰ੍ਹਾਂ ਇਹ 4 ਵਾਕਾਂ ਵਿੱਚੋਂ 4 ਵਾਕਾਂ ਨੂੰ ਆਪਣੇ ਤੇ ਲਾਗੂ ਕਰਕੇ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਏਦਾਂ ਲੋਕਾਂ ਨੂੰ ਕਹਿੰਦਾ ਸੀ। ਸਤ ਬਨਤਾ ਸੋ ਪ੍ਰੀਤ ਨਿਵਾਹਕ। ਪਰ ਮੋਹ ਮਾਇਆ ਆਪਣੇ ਪਰਿਵਾਰ ਦੇ ਵਿੱਚ, ਆਪਣੀ ਪਤਨੀ ਵਿੱਚ, ਆਪਣੇ ਬੱਚਿਆਂ ਵਿੱਚ ਸੁਰਤੀ ਫਸੀ ਹੋਈ ਸੀ। ਗੱਲਾਂ ਬ੍ਰਹਮ ਗਿਆਨ ਦੀਆਂ ਕਰਦਾ ਸੀ, ਪਰ ਮੋਹ ਮਾਇਆ ਤੋਂ ਨਿਰਲੇਪ ਨਹੀਂ ਸੀ ਹੋਇਆ। ਸਭ ਤੇ ਧਨ ਲੈ ਕੀਨ ਵਿਸ਼ੇਸ਼। ਸਾਰਿਆਂ ਤੋਂ ਪੈਸੇ ਲੈ ਲੈ ਕੇ ਧਨ ਬੜਾ ਜੋੜ ਲਿਆ ਸੀ। ਆਪਣੇ ਚੇਲਿਆਂ ਕੋਲੋਂ, ਆਪਣੀਆਂ ਸੰਗਤਾਂ ਕੋਲੋਂ ਪੈਸਾ ਬਹੁਤ ਇਕੱਠਾ ਕਰ ਲਿਆ ਸੀ ਇਸਨੇ। ਸੰਤਨ ਆਗਿਆ ਨਿਮਰ ਹੋਏ ਨਹ। ਸਾਧੂਆਂ ਸੰਤਾਂ ਮਹਾਪੁਰਸ਼ਾਂ ਅੱਗੇ ਸਿਰ ਨਹੀਂ ਸੀ ਝੁਕਾਉਂਦਾ। ਜਿਹੜੇ ਪੂਰਨ ਸੰਤ ਮਹਾਤਮਾ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀ ਮਹਾਤਮਾ ਹਨ, ਉਹਨਾਂ ਨੂੰ ਕੁਛ ਨਹੀਂ ਸੀ ਸਮਝਦਾ। ਆਪਣੇ ਗਿਆਨ ਕਰਕੇ, ਆਪਣੀ ਵਿਦਿਆ ਕਰਕੇ ਕਿਸੇ ਅੱਗੇ ਵੀ ਸਿਰ ਝੁਕਾਉਂਦਾ ਨਹੀਂ ਸੀ। ਅਭਿਮਾਨੀ ਮਨ ਰਹਾ ਹਮੇਸ਼ਾ ਹੰਕਾਰੀ ਬਿਰਤੀ ਰੱਖਦਾ ਸੀ। ਅਭਿਮਾਨੀ ਮਨ ਰਿਹਾ, ਹਮੇਸ਼ਾ ਅਭਿਮਾਨ ਵਾਲੀ ਬਿਰਤੀ ਰੱਖਦਾ ਸੀ। ਮੈਂ ਹਾਂ ਸਭ ਤੇ ਵੱਡੋ ਵਿਚਾਰਤ। ਇਹੀ ਵਿਚਾਰਦਾ ਰਹਿੰਦਾ ਸੀ, ਮੈਂ ਸਾਰਿਆਂ ਤੋਂ ਵੱਡਾ ਹਾਂ, ਮੇਰੇ ਤੋਂ ਵੱਧ ਕੇ ਕੋਈ ਗਿਆਨੀ ਨਹੀਂ ਹੈ, ਮੇਰੇ ਤੋਂ ਵੱਧ ਕੇ ਕੋਈ ਵਿਦਵਾਨ ਨਹੀਂ ਹੈ, ਮੈਂ ਪੂਰਨ ਹਾਂ। ਇਸ ਤਰ੍ਹਾਂ ਆਪਣੇ ਆਪ ਨੂੰ ਪੂਰਾ ਸਮਝਦਾ ਸੀ। ਇਹ ਮੈਂ ਵਿਦਿਆ ਪਠ ਲੀਨ ਅਸ਼ੇਸ਼। ਇਹ ਹੰਕਾਰ ਸੀ ਵੀ ਮੈਂ ਸਾਰੀ ਵਿਦਿਆ ਪੜ੍ਹ ਲਈ, ਮੈਂ ਵੇਦ ਪੜ੍ਹ ਲਏ, ਸ਼ਾਸਤਰ ਪੜ੍ਹ ਲਏ, ਸਿਮਰਤੀਆਂ ਪੜ੍ਹ ਲਈਆਂ, ਗੀਤਾ ਪੜ੍ਹ ਲਈ, ਮੈਂ ਇਤਿਹਾਸ, ਪੁਰਾਣ, ਰਮਾਇਣ, ਬਾਈਬਲ ਸਾਰੇ ਗ੍ਰੰਥ ਪੜ੍ਹੇ ਦੁਨੀਆ ਦੇ, ਸਭ ਧਰਮਾਂ ਦਾ ਮੈਂ ਗਿਆਤਾ ਹਾਂ। ਇਸ ਕਰਕੇ ਮੈਂ ਕਿਸੇ ਤੋਂ ਘੱਟ ਨਹੀਂ ਹਾਂ, ਮੈਂ ਸਭ ਤੋਂ ਵੱਡਾ ਹਾਂ। ਇੱਦਾਂ ਦਾ ਮਾਣ ਕਰਦਾ ਸੀ, ਹੰਕਾਰ ਕਰਦਾ ਸੀ। ਅਪਰ ਲੋਕ ਵਿਦਿਆ ਨਹਿ ਜਾਣੈ। ਆ ਜਿਹੜੇ ਦੂਜੇ ਲੋਕ ਨੇ ਤੇ ਪੜ੍ਹੇ ਕੋਈ ਨਹੀਂ, ਇਹਨਾਂ ਨੂੰ ਵਿਦਿਆ ਦਾ ਪਤਾ ਨਹੀਂ, ਇਹ ਤਾਂ ਅਨਪੜ੍ਹ ਨੇ, ਇਹ ਬੇਸਮਝ ਨੇ। ਇੱਦਾਂ ਲੋਕਾਂ ਨੂੰ ਅੱਖ ਥੱਲੇ ਨਹੀਂ ਸੀ ਲਿਆਉਂਦਾ। ਆਪਣੀ ਵਿਦਿਆ ਦੇ ਹੰਕਾਰ ਕਰਕੇ, ਦੂਜਿਆਂ ਨੂੰ ਆਪਣੇ ਤੋਂ ਘੱਟ ਪੜ੍ਹਿਆ ਸਮਝਣ ਕਰਕੇ ਉਹਨਾਂ ਨੂੰ ਨਫ਼ਰਤ ਕਰਦਾ ਸੀ ਜਾਂ ਨੀਵਾਂ ਸਮਝਦਾ ਸੀ। 300 ਨਿਮਰ ਬਨੋ ਕਿਸ ਭਾਏ। ਸਾਧੂ ਸੰਤ ਮਹਾਤਮਾ ਨੂੰ ਵੀ ਕਹਿੰਦਾ ਸੀ ਵੀ ਇਹ ਤਾਂ ਘੱਟ ਪੜ੍ਹੇ ਹੋਏ ਨੇ, ਮੈਂ ਜ਼ਿਆਦਾ ਪੜ੍ਹਿਆ ਹੋਇਆ, ਆਪਣੇ ਤੋਂ ਘੱਟ ਪੜ੍ਹਿਆ ਅੱਗੇ ਮੈਂ ਕਿਵੇਂ ਮੱਥਾ ਟੇਕਾਂ, ਮੈਂ ਇਹਨਾਂ ਸਾਧੂਆਂ ਸੰਤਾਂ ਨੂੰ ਕਿਉਂ ਨਮਸਕਾਰ ਕਰਾਂ। ਇਸ ਤਰ੍ਹਾਂ ਆਪਣੀ ਵਿਦਿਆ ਦੇ ਹੰਕਾਰ ਕਰਕੇ ਇਹ ਪੰਡਿਤ ਬੰਦਗੀ ਵਾਲੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਅੱਗੇ ਵੀ ਸਿਰ ਨਹੀਂ ਸੀ ਝੁਕਾਉਂਦਾ। ਲਗ ਮਤ ਹੈ ਆਛੈ ਨਹਿ ਜਾਣਤ। ਹਾਂ, ਕਹਿੰਦੇ ਮਤ ਥੋੜੀ ਸੀ, ਪਰ ਹੰਕਾਰ ਬਹੁਤ ਜ਼ਿਆਦਾ ਸੀ। ਮਨ ਜਿਹੜਾ ਨੀਵਾਂ ਹੋਵੇ ਤੇ ਮਤ ਉੱਚੀ ਹੋਵੇ, ਤੇ ਜੇ ਮਨ ਉੱਚਾ ਹੋਵੇ ਤੇ ਫਿਰ ਮਤ ਨੀਵੀਂ, ਇੱਕੋ ਹੀ ਚੀਜ਼ ਹੋਣੀ ਹੈ। ਆਹ ਸੰਸਾਰੀ ਲੋਕਾਂ ਦੀ ਜਿਹੜੀ ਬਿਰਤੀ ਹੈ ਉਹ ਇਹ ਹੈ ਵੀ ਸਾਡੀ ਸੰਸਾਰ ਵਿੱਚ ਪੋਜੀਸ਼ਨ ਵਧੀਆ ਹੋਵੇ ਤੇ ਮਨ ਉੱਚਾ ਰੱਖਦੇ ਹਨ। ਮਤ ਫਿਰ ਜਦੋਂ ਇੱਦਾਂ ਦੀ ਬਿਰਤੀ ਆ ਜਾਂਦੀ ਵੀ ਸਾਡੀ ਪੋਜੀਸ਼ਨ ਵਧੀਆ ਹੋਵੇ ਤੇ ਫਿਰ ਸਾਧ ਸੰਗਤ ਜੀ ਮਤ ਨੀਵੀਂ ਹੋ ਜਾਂਦੀ ਹੈ।
ਇਸ ਤਰ੍ਹਾਂ ਇਹਨਾਂ ਦੀ ਬਿਰਤੀ ਇਸ ਸਾਧੂ ਦੀ, ਇਸ ਬ੍ਰਾਹਮਣ ਦੀ ਹੋ ਗਈ ਸੀ ਬਈ ਆਪਣੇ ਆਪ ਨੂੰ ਸਾਰਿਆਂ ਤੋਂ ਸਿਆਣਾ ਵੱਡਾ ਸਮਝਦਾ ਸੀ। ਕਿਸੇ ਮਹਾਂਪੁਰਸ਼ ਦੇ ਅੱਗੇ, ਕਿਸੇ ਸਾਧੂ ਦੇ ਅੱਗੇ ਸਿਰ ਝੁਕਾਉਂਦਾ ਨਹੀਂ ਸੀ। ਮੈਂ ਸਭਹਿਨ ਕੋ ਪੰਥ ਬਤਾਏ, ਇਹ ਕਹਿੰਦਾ ਸੀ ਮੈਂ ਸਾਰਿਆਂ ਨੂੰ ਰਾਹ ਦੱਸਦਾ ਹਾਂ, ਮੈਂ ਸਾਰਿਆਂ ਦਾ ਗੁਰੂ ਹਾਂ, ਮੇਰੇ ਤੋਂ ਵੱਧ ਕੇ ਕੋਈ ਸਿਆਣਾ ਨਹੀਂ ਹੈ। ਸਿੱਖ ਕਰੈ ਬਹੁ ਸੇਵ ਨ ਠਾਨੈ, ਕਹਿੰਦੇ ਚੇਲੇ ਇਹਨੇ ਬੜੇ ਬਣਾ ਲਏ ਸਨ, ਹਜ਼ਾਰਾਂ ਲੋਕਾਂ ਨੂੰ ਆਪਣਾ ਚੇਲਾ ਬਣਾਈ ਫਿਰਦਾ ਸੀ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਬਹੁਤ ਸਿੱਖ ਚੇਲੇ ਬਣਾਏ, ਅੱਗੇ ਚੇਲਿਆਂ ਦੇ ਵੀ ਚੇਲੇ ਬਣਾਏ। ਕੇਸੋ ਕੀਓ ਨਾ ਮੀਤ, ਉਹ ਕੇਸ਼ਵ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਿੱਤਰ ਨਹੀਂ ਬਣਾਇਆ। ਚਾਲੇ ਥੇ ਹਰ ਮਿਲਣ ਕੋ, ਘਰੋਂ ਤਾਂ ਤੁਰਿਆ ਸੀ ਰੱਬ ਨੂੰ ਮਿਲਣ ਵਾਸਤੇ, ਬੀਚੇ ਅਟਕਿਓ ਚੀਤ, ਪਰ ਚਿੱਤ ਆਪਣੀ ਪੂਜਾ ਪ੍ਰਤਿਸ਼ਠਾ ਵਿੱਚ ਹੀ ਲੱਗ ਗਿਆ। ਇਸ ਕਰਕੇ ਇਹ ਮੁਕਤੀ ਦੇ ਦੁਆਰ ਤੱਕ ਨਹੀਂ ਅੱਪੜ ਸਕਿਆ। ਅਹੰ ਬ੍ਰਹਮ ਸੋ ਬਚਨ ਅਲਾਏ, ਆਵਾ ਮੂੰਹ ਤੋਂ ਕਹਿ ਛੱਡਦਾ ਸੀ ਅਹੰ ਬ੍ਰਹਮ ਅਸਮੀ। ਇਹ ਵਾਚਕ ਗਿਆਨੀ ਸੀ, ਇਹ ਕਰਨੀ ਵਾਲਾ ਨਹੀਂ ਸੀ। ਹਾਂਜੀ, ਨਿਸ਼ਚਾ ਨਹੀਂ ਹਿਰਦੇ ਮਹਿ ਜਿਸ ਕੇ, ਮਨ ਵਿੱਚ ਨਿਸ਼ਚਾ ਨਹੀਂ ਸੀ, ਅਡੋਲ ਅਵਸਥਾ ਨਹੀਂ ਸੀ, ਬਸ ਮੂੰਹ ਤੋਂ ਕਹਿ ਦਿੰਦਾ ਸੀ ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਪਰ ਅੰਦਰੋਂ ਬ੍ਰਹਮ ਰੂਪ ਹੋਇਆ ਨਹੀਂ ਸੀ। ਹਾਂਜੀ, ਭਾਵ ਭਗਤ ਮਹਿ ਮੰਦ ਸੁਭਾਏ, ਪ੍ਰੇਮਾ ਭਗਤੀ ਨੂੰ ਤਾਂ ਐਵੇਂ ਸਮਝਦਾ ਸੀ, ਕਹਿੰਦਾ ਇਹ ਤਾਂ ਵਿਹਲਿਆਂ ਦਾ ਕੰਮ ਹੈ, ਇਹ ਪ੍ਰੇਮਾ ਭਗਤੀ ਕੁਝ ਹੁੰਦੀ ਹੀ ਨਹੀਂ। ਉਹਦੇ ਵਿੱਚ ਤਾਂ ਇਹਦਾ ਸੁਭਾਅ ਮੱਧਮ ਸੀ, ਪ੍ਰੇਮਾ ਭਗਤੀ ਨਹੀਂ ਸੀ ਕਰਦਾ। ਭਇਓ ਕਾਲ ਬਸ ਅਹੰਕਾਰ ਜੁਤ, ਕਿ ਇਸੇ ਤਰ੍ਹਾਂ ਹੀ ਹੰਕਾਰ ਦੇ ਵਿੱਚ ਭਰ ਗਿਆ, ਕਿਉਂਕਿ ਸਵਾਸ ਤਾਂ ਇੱਕ ਦਿਨ ਪੂਰੇ ਹੋਣੇ ਹੀ ਹੈ, ਮੌਤ ਤਾਂ ਸਾਰਿਆਂ ਦੀ ਆਉਣੀ ਹੈ। ਇਹਦੀ ਵੀ ਮੌਤ ਆ ਗਈ, ਚੜ੍ਹਾਈ ਕਰ ਗਿਆ, ਉਸੇ ਹੰਕਾਰ ਵਿੱਚ ਹੀ ਮਰ ਗਿਆ। ਸਰਪ ਜੂਨ ਭਾਈ ਬਿਕਰਾਲ, ਅੱਜ ਮਹਾਰਾਜ ਕਹਿੰਦੇ ਫਿਰ ਇਹਦਾ ਅਗਲਾ ਜਨਮ ਸੱਪ ਦੀ ਜੂਨੀ 'ਚ ਹੋਇਆ। ਸਰਪ ਜੂਨ ਪਾਈ ਬਿਕਰਾਲ, ਇਹਨੇ ਅਜਗਰ ਦੀ ਜੂਨੀ ਪਾ ਲਈ, ਜਿਹੜੀ ਬੜੀ ਭਿਆਨਕ ਜੂਨੀ ਹੈ। ਸਿੱਖਿਅਨ ਕੀ ਕਤ ਕਰ ਨਾ ਸਕਿਓ ਕੁਛ, ਆਪਣੇ ਸਿੱਖਾਂ ਦੀ ਜਿਹੜੇ ਇਹਨੇ ਹਜ਼ਾਰਾਂ ਚੇਲੇ ਬਣਾਏ ਸੀਗੇ, ਉਹਨਾਂ ਦੀ ਵੀ ਗਤੀ ਨਹੀਂ ਕਰ ਸਕਿਆ। ਆਪਣੀ ਨਹੀਂ ਹੋਈ ਤੇ ਚੇਲਿਆਂ ਦੀ ਕੀ ਕਰਨੀ ਸੀ। ਮਹਾਰਾਜ ਦੀ ਬਾਣੀ 'ਚ ਬਚਨ ਹੈ, ਕਬੀਰ ਕਾਚੇ ਗੁਰ ਤੇ ਮੁਕਤ ਨਾ ਹੁਆ, ਕੱਚੇ ਗੁਰ ਤੋਂ ਮੁਕਤੀ ਹੁੰਦੀ ਕੋਈ ਨਹੀਂ, ਉਹਦੀ ਆਪਣੀ ਨਹੀਂ ਹੁੰਦੀ, ਦੂਜੇ ਦੀ ਕੀ ਕਰੇਗਾ। ਸੋ ਗੁਰੂ ਵੀ ਕੱਚਾ ਸੀ, ਚੇਲੇ ਵੀ ਕੱਚੇ ਸਨ, ਨਾ ਗੁਰੂ ਦੀ ਮੁਕਤੀ ਹੋਈ ਤੇ ਨਾ ਉਹਦੇ ਚੇਲਿਆਂ ਦੀ ਹੋਈ। ਸੋ ਪੀਰ ਕਾ ਹੋਇਆ ਕਰ ਜਾਲ, ਉਹ ਹੁਣ ਜਿਹੜਾ ਇਹਨੂੰ ਭੇਟਾ ਦਿੰਦੇ ਸੀਗੇ, ਇਹਨੂੰ ਕੱਪੜੇ ਵਧੀਆ ਪਵਾਉਂਦੇ ਸੀ, ਇਹਨੂੰ ਮਾਇਆ ਦਿੰਦੇ ਸੀ, ਖਾਣਾ ਵਧੀਆ ਖਵਾਉਂਦੇ ਸੀ, ਪਰ ਉਹਨਾਂ ਦਾ ਇਹ ਭਲਾ ਨਹੀਂ ਸੀ ਕਰ ਸਕਿਆ। ਉਹਨਾਂ ਨੇ ਆਪਣਾ ਲੇਖਾ ਤਾਂ ਲੈਣਾ ਸੀਗਾ। ਉਹ ਮਰ ਕੇ ਕੀੜੀਆਂ ਬਣ ਗਏ, ਉਹ ਚੇਲੇ ਕੀੜੀਆਂ ਬਣ ਗਏ, ਇਹ ਅਜਗਰ ਬਣ ਗਿਆ, ਵੱਡਾ ਸੱਪ ਬਣ ਗਿਆ, ਤੇ ਉਹ ਫਿਰ ਇਹਦੇ ਸਰੀਰ ਦੇ ਵਿੱਚ ਕੀੜੀਆਂ ਬਣ ਕੇ ਇਹਦੇ ਚੇਲੇ ਬਣ ਗਏ। ਜਿਨ ਤੇ ਤਨ ਲਿਆ ਪਲੋ ਨਹੀਂ ਕਿਆ, ਜਿਨ੍ਹਾਂ ਤੋਂ ਪੈਸਾ ਲਿਆ, ਜਿਨ੍ਹਾਂ ਤੋਂ ਦਾਨ ਦਛਨਾ ਲਈ, ਉਹਨਾਂ ਦਾ ਭਲਾ ਨਹੀਂ ਕੀਤਾ। ਜਿਨ੍ਹਾਂ ਤੋਂ ਦਾਨ ਦਛਨਾ ਲਈਦੀ ਹੈ, ਉਹਨਾਂ ਦੇ ਲਈ ਕੋਈ ਦੁਆ ਅਰਦਾਸ, ਕੋਈ ਬੇਨਤੀ, ਕੋਈ ਜਪ ਤਪ ਕਰੀਦਾ ਤਾਂ ਹੀ ਹੁੰਦਾ। ਤੇ ਜੇ ਆਪਾਂ ਲਈ ਜਾਈਏ ਤੇ ਅਰਦਾਸ ਬੇਨਤੀ ਕਿਸੇ ਦੀ ਜਾਂ ਕੁਝ ਨਾ ਕਰ ਸਕੀਏ, ਫਿਰ ਪਾਪ ਲੱਗਦਾ। ਸੋ ਲੈਂਦਾ ਸੀ ਲੋਕਾਂ ਕੋਲ ਦਾਨ ਦਛਨਾ, ਪਰ ਉਹਨਾਂ ਦਾ ਭਲਾ ਨਹੀਂ ਕਰ ਸਕਿਆ। ਸੋ ਕਾਟਤ ਹੈ ਮਾਸ ਕਰਾਲ, ਮਹਾਰਾਜ ਕਹਿੰਦੇ ਉਹ ਇਹਦਾ ਹੁਣ ਮਾਸ ਕੱਟ ਰਹੇ ਹਨ, ਉਹ ਇਹਦੇ ਸਰੀਰ 'ਚ ਕੀੜੀਆਂ ਬਣ ਕੇ ਪੈ ਗਏ, ਉਹ ਇਹ ਤੋਂ ਲੇਖਾ ਨਿਬੇੜ ਰਹੇ ਹਨ ਵੀ ਬਾਬਾ ਤੈਨੂੰ ਅਸੀਂ ਇੰਨਾ ਕੁਝ ਦਿੱਤਾ ਸੀ, ਤੂੰ ਸਾਡੀ ਮੁਕਤੀ ਨਹੀਂ ਕੀਤੀ, ਹੁਣ ਤੇਰਾ ਅਸੀਂ ਹਿਸਾਬ ਕਿਤਾਬ ਤਾਂ ਪੂਰਾ ਕਰੀਏ। ਜਿੰਨੇ ਉਹਨਾਂ ਨੇ ਪੈਸੇ ਦਿੱਤੇ, ਜਿੰਨੇ ਉਹਨਾਂ ਨੇ ਕਮਾਈ ਕਰਕੇ ਆਪਣੀ ਦਿੱਤੀ, ਉਹਨਾਂ ਨੇ ਆਪਣੀ ਵੰਡਾਉਣ ਵਾਸਤੇ ਕੀੜੀਆਂ ਦਾ ਰੂਪ ਧਾਰਿਆ। ਸੱਪ ਦੇ ਸਰੀਰ 'ਚ ਕੀੜੀ ਪੈ ਜੇ ਨਾ, ਬਹੁਤ ਤਕਲੀਫ ਹੁੰਦੀ ਹੈ। ਸੱਪ ਕਿਉਂਕਿ ਛੇਤੀ ਮਰਦਾ ਨਹੀਂ, ਤੇ ਉਹ ਕੀੜੀਆਂ ਕੱਟੀ ਜਾਂਦੀਆਂ, ਕਈ ਸਾਲ ਲੰਘ ਜਾਂਦੇ। ਕੋਈ ਉਹਨੂੰ ਮਾਰ ਦੇਵੇ ਤੇ ਮਾਰ ਦੇਵੇ, ਤੇ ਛੇਤੀ ਕੀਤਿਆਂ ਸੱਪ ਦੀ ਜਾਨ ਨਹੀਂ ਨਿਕਲਦੀ ਆਪਣੇ ਆਪ। ਹਾਂਜੀ, ਭਖਿਆਨ ਕਰਤ ਦੇਤ ਬੜ ਸੰਕਟ, ਮਹਾਰਾਜ ਸਤਵੇਂ ਪਾਤਸ਼ਾਹ ਕਹਿੰਦੇ ਉਹ ਕੀੜੀਆਂ ਇਹਨੂੰ ਖਾ ਰਹੀਆਂ ਸੀ, ਇਹਨੂੰ ਦੁੱਖ ਦੇ ਰਹੀਆਂ ਸੀ, ਸੰਕਟ ਦੇ ਰਹੀਆਂ ਸੀ, ਤੇ ਇਹ ਉਹਦੇ ਕਰਕੇ ਤੜਫ ਰਿਹਾ ਸੀ। ਪਲਟੋ
अपनो देत विशाल। ਇਹ ਫਿਰ ਆਪਣਾ ਬਦਲਾ ਦੇ ਰਿਹਾ ਸੀ, ਕਿਉਂਕਿ ਜੋ ਮੈਂ ਕੀਆ ਸੋ ਮੈਂ ਪਾਇਆ। ਪਹਿਲਾਂ ਉਹਨਾਂ ਤੋਂ ਖਾਂਦਾ ਸੀਗਾ, ਹੁਣ ਉਹਨਾਂ ਨੇ ਇਹਨੂੰ ਖਾਧਾ ਹੈ, ਆਪਣਾ ਲੇਖਾ ਜੋਖਾ ਪੂਰਾ ਕਰ ਲਿਆ ਹੈ। मृतक होत अब दुख कराल ते। ਮਹਾਰਾਜ ਕਹਿੰਦੇ ਜੂਨਾਂ ਵਿੱਚ ਇਦਾਂ ਭਟਕਦਾ ਰਹਿਣਾ ਸੀ ਇਸਨੇ, ਪਰ ਅੱਜ ਸਾਡੇ ਨੂੰ ਦਰਸ਼ਨ ਹੋ ਗਏ ਨੇ। ਇਸ ਭਿਆਨਕ ਦੁੱਖ ਤੋਂ ਅਸੀਂ ਇਹਨੂੰ ਮੌਤ ਦੇ ਕੇ ਛੁੱਟੀ ਦੇ ਦਿੱਤੀ ਹੈ, ਇਹਦੀ ਮੁਕਤੀ ਕਰ ਦਿੱਤੀ ਹੈ ਤੀਰ ਮਾਰ ਕੇ। मेरो दर्शन पावन कीन। ਨਾਲੇ ਇਹਨੂੰ ਅੰਤ ਸਮੇਂ ਸਾਡੇ ਦਰਸ਼ਨ ਹੋਏ ਨੇ। ਗੁਰੂ ਦੇ ਦਰਸ਼ਨ ਕਰਦਿਆਂ ਗੁਰੂ ਦੇ ਹੱਥੋਂ ਮੁਕਤੀ ਹੋ ਗਈ ਹੈ। ਇਹਦਾ ਹੁਣ ਦੁਬਾਰਾ ਜਨਮ ਮਰਨ ਨਹੀਂ ਹੋਵੇਗਾ, ਇਹਦੇ ਵਾਸਤੇ ਵਿਵਾਨ ਆ ਗਿਆ। ਇਹ ਹੁਣ ਜਾਏਗਾ ਸੱਚਖੰਡ ਹੀ, ਕਿਉਂਕਿ ਹੈ ਤਾਂ ਧਾਰਮਿਕ ਆਦਮੀ ਸੀ। ਇਹ ਠੀਕ ਹੈ ਵੀ ਸਿਰੇ ਨਹੀਂ ਲੱਗਾ, ਵਿਚਕਾਰ ਰਹਿ ਗਿਆ ਸੀ। ਹਾਂਜੀ, शुभगत को यह प्राप्त होगा। ਗੁਰੂ ਦਰਸ਼ਨ ਕਰਕੇ ਇਹਦੀ ਮੁਕਤੀ ਹੋਈ ਹੈ, ਲੇਖਾ ਇਹਦਾ ਨਿਬੇੜ ਦਿੱਤਾ ਹੈ। ਅਸੀਂ ਇਹਦਾ ਹੁਣ ਸੱਚਖੰਡ ਵਿੱਚ ਹੀ ਵਾਸਾ ਕਰ ਦਿੱਤਾ ਹੈ, ਸ਼ੁਭ ਗਤੀ ਹੋ ਗਈ। ਸਾਧ ਸੰਗਤ ਜੀ, ਗੁਰੂ ਦੇ ਦਰਸ਼ਨ ਐਸੇ ਹਨ, ਵੱਡੇ ਵੱਡੇ ਪਾਪੀਆਂ, ਅਪਰਾਧੀਆਂ, ਗੁਨਾਹਗਾਰਾਂ, ਪਤਿਤਾਂ ਨੂੰ ਵੀ ਪਾਰ ਲੰਘਾ ਸਕਦੇ। ਗੁਰ ਕਾ ਦਰਸ਼ਨ ਅਗਮ ਅਪਾਰਾ। ਧੰਨ ਸ੍ਰੀ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਤੇ ਸਾਡਾ ਵੀ ਕਿਸੇ ਤਰੀਕੇ ਨਾਲ ਬੇੜਾ ਬੰਨੇ ਲਾ ਦੇਣ, ਕਿਉਂਕਿ 84 ਲੱਖ ਜੂਨਾਂ 'ਚ ਭਟਕ ਕੇ ਦੁਖੀ ਹੋ ਗਏ ਹਾਂ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। पूर्व जन्म भय अगहीन। ਹਾਂ, ਪੂਰਵ ਜਨਮਾਂ ਦੇ ਜਿਹੜੇ ਪਾਪ ਸੀਗੇ ਉਹ ਅੱਜ ਖਤਮ ਹੋ ਗਏ, ਕਿਉਂਕਿ ਅੰਤ ਸਮੇਂ ਗੁਰੂ ਦੇ ਦਰਸ਼ਨ ਕਰ ਲਏ ਹਨ ਤੇ ਗੁਰੂ ਦੇ ਹੱਥੋਂ ਇਸ ਅਜਗਰ ਦੀ ਮੁਕਤੀ ਹੋ ਗਈ ਹੈ। बिना ज्ञान जग गुरु कहावत। ਸਤਵੇਂ ਪਾਤਸ਼ਾਹ ਕਹਿੰਦੇ, ਭਾਈ ਸਿੱਖੋ ਇਹ ਗੱਲ ਸੁਣ ਲਓ, ਆਤਮ ਗਿਆਨ ਪ੍ਰਤੱਖ ਨਹੀਂ ਹੋਇਆ ਤੇ ਦੁਨੀਆ ਵਿੱਚ ਗੁਰੂ ਬਣ ਕੇ ਬਹਿੰਦੇ, ਗਿਆਨ ਹੈ ਨਹੀਂ ਤੇ ਗੁਰੂ ਕਹਾਂਦੇ ਵੀ ਅਸੀਂ ਗੁਰੂ ਹਾਂ। संकट घोर लहा सुख छीन। ਉਹ ਬੰਦੇ ਇਸ ਦੁਨੀਆ ਵਿੱਚ ਤੇ ਅਗਲੇ ਜਨਮ ਵਿੱਚ ਬੜੇ ਭਾਰੀ ਘੋਰ ਸੰਕਟ ਭੋਗਣਗੇ। ਇਹ ਨਾ ਸਮਝਣ ਵੀ ਅਸੀਂ ਬੜੀ ਮौज ਕਰ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ, ਸਾਨੂੰ ਕੌਣ ਦੇਖਦਾ। ਨਹੀਂ, ਹਰ ਚੀਜ਼ ਦਾ ਹਿਸਾਬ ਹੋਣਾ। ਲੇਖੇ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਟ ਚਲਾਈਆ, ਲੇਖੇ ਸੁਣਵੇ ਖਾਓ, ਲੇਖੇ ਸਾਹ ਲਵਾਈਏ, ਪੜ੍ਹੇ ਕੇ ਪੁੱਛਣ ਜਾਓ। ਹਰ ਚੀਜ਼ ਲੇਖੇ ਵਿੱਚ ਹੈ, ਸੋ ਲੇਖਾ ਤਾਂ ਹਰ ਇੱਕ ਨੂੰ ਦੇਣਾ ਪੈਣਾ ਹੈ। काचे गुर के सिख होए जग में। ਮਹਾਰਾਜ ਕਹਿੰਦੇ ਜਿਹੜਾ ਕੱਚਾ ਗੁਰੂ ਹੋਵੇਗਾ, ਢਿੱਲਾ ਮੱਠਾ, ਉਸ ਗੁਰੂ ਦਾ ਜੇ ਕੋਈ ਚੇਲਾ ਬਣੇਗਾ, मानुख जन्म बाद तिन चीन। ਉਹਦਾ ਮਨੁੱਖਾ ਜਨਮ ਬਿਰਥਾ ਚਲਾ ਜਾਵੇਗਾ। ਉਹਦਾ ਜਨਮ ਬਿਰਥ ਹੈ। ਉਹਦੀ ਜਿਹੋ ਜਿਹੀ ਉਹਨੂੰ ਮਨੁੱਖਾ ਦੇਹੀ ਮਿਲੀ, ਹੋ ਜੀ ਨਾ ਮਿਲੀ, ਕਿਉਂਕਿ ਪਸ਼ੂਆਂ ਵਰਗੀ ਜ਼ਿੰਦਗੀ ਜੀ ਕੇ ਚਲਾ ਜਾਂਦਾ ਹੈ। सहत सिख के गुरु ज्ञान बिन। ਮਹਾਰਾਜ ਕਹਿੰਦੇ ਦੇਖੋ ਭਾਈ, ਗੁਰੂ ਵੀ ਗਿਆਨ ਵਾਲਾ ਹੋਵੇ, ਸਿੱਖ ਨੂੰ ਵੀ ਗਿਆਨ ਦੇਵੇ ਤਾਂ ਹੀ ਗੱਲ ਹੈ। ਜੇ ਗੁਰੂ ਕੋਲ ਗਿਆਨ ਨਹੀਂ ਤੇ ਸਿੱਖ ਦਾ ਕੀ ਸਵਾਰੇਗਾ, ਸਿੱਖ ਨੂੰ ਕੀ ਦੇਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਚੇਲੇ ਤਾਂ ਬਣਾ ਲੈਂਦੇ ਨੇ, ਬਹੁਤ ਚੇਲਿਆਂ ਦੇ ਗੁਰੂ ਬਣੇ ਹੁੰਦੇ ਨੇ। ਕਈਆਂ ਨੂੰ ਸ਼ੌਂਕ ਹੁੰਦਾ ਵੱਧ ਤੋਂ ਵੱਧ ਚੇਲੇ ਬਣਾਉਣੇ, ਭੀੜ ਇਕੱਠੀ ਕਰਨੀ ਹੈ। ਅੱਜ ਕੱਲ੍ਹ ਇਹੋ ਜਿਹੇ ਭੀੜ ਇਕੱਠੀ ਕਰਨ ਵਾਲਿਆਂ ਗੁਰੂਆਂ ਕੋਲ ਵੀ ਰੌਣਕਾਂ ਜ਼ਿਆਦਾ ਲੱਗਦੀਆਂ। ਅਸੀਂ ਵੀ ਦੇਖਾ ਦੇਖੀ ਉੱਧਰ ਜਾਂਦੇ ਹਾਂ ਜਿੱਥੇ ਜ਼ਿਆਦਾ ਭੀੜ ਹੋਵੇਗੀ। ਸਾਧ ਸੰਗਤ ਜੀ, ਇੱਕ ਸਿਆਣਿਆਂ ਨੇ ਗੱਲ ਲਿਖੀ ਹੈ, ਸ਼ੇਖ ਸਾਦੀ ਸਾਹਿਬ ਨੇ, ਕਹਿੰਦੇ ਸਿਆਣਿਆਂ ਦੀ ਭੀੜ ਨਹੀਂ ਹੁੰਦੀ ਤੇ ਭੀੜ 'ਚ ਸਿਆਣੇ ਨਹੀਂ ਹੁੰਦੇ। ਤੁਸੀਂ ਇੱਥੋਂ ਹੀ ਸਮਝ ਲਓ ਵੀ ਜਿੱਥੇ ਜ਼ਿਆਦੀਆਂ ਭੀੜਾਂ ਲੱਗੀਆਂ ਹਨ ਉੱਥੇ ਤਤ ਵਿਚਾਰ ਕੋਈ ਨਹੀਂ ਹੈ, ਉੱਥੇ ਫੋਕਾਪਣ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਹਨ, ਜਿਹੜੇ ਕੱਚੇ ਗੁਰੂ ਹਨ ਆਪਣੇ ਸਿੱਖਾਂ ਨੂੰ ਵੀ ਨਰਕਾਂ 'ਚ ਲੈ ਜਾਂਦੇ ਹਨ। संकट घोर अंत को पाए। ਆਪ ਤਾਂ ਦੁਖੀ ਹੁੰਦੇ ਹੀ ਹਨ, ਆਪ ਡੁੱਬੇ ਚੌ ਵੇਦ ਮੈਂ, ਚੇਲੇ ਦੀਏ ਬਹਾਏ। ਆਪ ਤੇ ਡੁੱਬ ਗਏ, ਚੇਲੇ ਰੋੜ ਦਿੱਤੇ, ਕੀ ਫਾਇਦਾ ਹੋਇਆ। ਇਸ ਕਰਕੇ ਗੁਰੂ ਚਾਹੀਦਾ ਹੈ ਪੂਰਾ ਹੀ, ਜਿਹੜਾ ਤੁਹਾਨੂੰ ਬ੍ਰਹਮ ਨਿਸ਼ਠੀ ਵੀ ਹੋਵੇ, ਬ੍ਰਹਮ ਸਰੋਤਰੀ ਵੀ ਹੋਵੇ।
ਬ੍ਰਹਮ ਨਿਸ਼ਟੀ ਦਾ ਮਤਲਬ ਹੁੰਦਾ ਜਿਹਦੀ ਬ੍ਰਹਮ ਦੇ ਉੱਤੇ ਪੂਰਨ ਨਿਸ਼ਠਾ ਹੈ, ਵਿਸ਼ਵਾਸ ਹੈ, ਜਿਹਨੇ ਬ੍ਰਹਮ ਨੂੰ ਸਾਖਸ਼ਾਤ ਕਰ ਲਿਆ ਹੈ, ਪੂਰਨ ਹੋ ਗਿਆ ਹੈ। ਸ਼ਰੋਤਰੀ ਕਹਿੰਦੇ ਜਿਸ ਨੂੰ ਸ਼ਰੂਤੀ ਦਾ, ਵੇਦ ਦਾ, ਗ੍ਰੰਥਾਂ ਦਾ ਸਾਰਾ ਗਿਆਨ ਹੋਵੇ। ਦੋ ਤਰ੍ਹਾਂ ਦਾ ਹੁੰਦਾ ਬ੍ਰਹਮ ਗਿਆਨੀ, ਬ੍ਰਹਮ ਨਿਸ਼ਠੀ, ਬ੍ਰਹਮ ਸ਼ਰੋਤਰੀ। ਜਿਹੜਾ ਬ੍ਰਹਮ ਨਿਸ਼ਠੀ ਹੁੰਦਾ ਉਹਦਾ ਨਿਸ਼ਠਾ ਦੇ ਨਾਲ ਆਪਣੀ ਕਮਾਈ ਕਰਕੇ ਕਿਸੇ ਐਸੇ ਬੰਦੇ ਨੂੰ ਜਿਹਦੀ ਉਸ ਸਾਧੂ ਉੱਤੇ ਪੂਰਨ ਸ਼ਰਧਾ ਹੋਵੇ ਉਹਨੂੰ ਮਿੰਟ 'ਚ ਪਾਰ ਲੰਘਾ ਦਿੰਦਾ। ਪਰ ਜੇ ਉਹ ਚੇਲਾ ਜਾਂ ਸ਼ਿਸ਼ ਸ਼ੰਕਾਵਾਦੀ ਹੋਵੇ, ਉਹਦੇ ਮਨ 'ਚ ਬਹੁਤੇ ਸਵਾਲ ਉੱਠਦੇ ਹੋਣ, ਤਾਂ ਫਿਰ ਗੁਰੂ ਸ਼ਰੋਤਰੀ ਵੀ ਚਾਹੀਦਾ, ਉਹਨੂੰ ਪਤਾ ਹੋਵੇ ਵੀ ਇਹ ਸਵਾਲ ਦਾ ਜਵਾਬ ਕੀ ਹੈ। ਤੋ ਗੁਰੂ ਸਾਹਿਬ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10 ਪਾਤਸ਼ਾਹੀਆਂ ਬ੍ਰਹਮ ਨਿਸ਼ਠੀ ਵੀ ਹਨ ਅਤੇ ਬ੍ਰਹਮ ਸ਼ਰੋਤਰੀ ਵੀ ਹਨ। ਜਿਹੜਾ ਕੋਈ ਸਿੱਖ ਸ਼ੰਕਾ ਕਰੇ ਉਹਦਾ ਵੀ ਜਵਾਬ ਦੇ ਦੇਣਾ, ਜਿਹੜਾ ਸ਼ੰਕਾ ਨਾ ਕਰੇ ਉਹਦੀ ਵੀ ਮੁਕਤੀ ਕਰ ਦੇਣੀ। ਗੱਲ ਹੈ ਵੀ ਬੰਨੇ ਲਾ ਦੇਣਾ ਹਰ ਤਰ੍ਹਾਂ ਨਾਲ। ਸੋ ਸਤਿਗੁਰੂ ਪਾਤਸ਼ਾਹ ਕਹਿ ਰਹੇ, ਭਾਈ ਜਿਹੜਾ ਇਹੋ ਜਿਹਾ ਗੁਰੂ ਹੈ ਉਹਦੇ ਲੜ ਲੱਗੋ, ਅਤੇ ਜੇ ਕੱਚਾ ਪਿੱਲਾ ਗੁਰੂ ਮਿਲ ਗਿਆ ਉਹ ਆਪ ਵੀ ਡੁੱਬਿਆ ਤੇ ਤੁਹਾਨੂੰ ਵੀ ਡੋਬੇਗਾ। ਤਾਂ ਤੇ ਪੋ ਸੰਗਤ ਸਭ ਸੁਣੀਏ ਹੈ। ਇਹ ਸਾਧ ਸੰਗਤ ਜੀ, ਇਹ ਗੱਲ ਸਾਰੇ ਧਿਆਨ ਨਾਲ ਸੁਣੋ। ਪੂਜਾ ਅੰਸ ਨਾ ਲਿਖੋ ਕਬ ਖਾਏ। ਪੂਜਾ ਦੀ ਅੰਸ ਨਾ ਖਾਓ। ਧਰਮਸਾਲ ਦੀ ਝਾਕ ਹੈ ਵੀ ਉਹ ਖੁੰਡੋ ਪਾਜ। ਸਾਧ ਸੰਗਤ ਜੀ, ਪੁਰਾਤਨ ਸਿੰਘ ਜਿਹੜੇ ਸੀ ਉਹ ਗੁਰਦੁਆਰੇ ਦੇ ਲੰਗਰ ਨੂੰ ਵੀ ਉਹਨਾਂ ਛਕਦੇ ਸੀ ਜਿੰਨਾ ਲੋੜ ਹੋਵੇ। ਉਹ ਕਹਿੰਦੇ ਗੁਰੂ ਘਰ ਦੇ ਪੂਜਾ ਦਾ ਧਾਨ ਨਹੀਂ ਖਾਣਾ, ਕਿਉਂਕਿ ਜਦੋਂ ਅਸੀਂ ਪੂਜਾ ਦਾ ਧਾਨ ਖਾਂਦੇ ਹਾਂ ਸਾਡੇ ਅੰਦਰ ਉਹ ਬਿਰਤੀਆਂ ਜਿਹੜੇ ਹਿਸਾਬ ਨਾਲ ਲੋਕਾਂ ਨੇ ਦਾਨ ਕੀਤਾ ਹੁੰਦਾ ਉਹੋ ਜਿਹੇ ਅਸਰ ਵੀ ਪੈਂਦਾ ਹੈ ਅਤੇ ਕਿਰਤ ਕਰਨ ਤੋਂ ਬਾਗੀ ਹੋ ਜਾਂਦੇ ਆ। ਪੁਰਾਤਨ ਸਿੰਘ ਕਿਰਤ ਕਰਦੇ ਸਨ। ਜੇ ਕੋਈ ਗ੍ਰੰਥੀ ਸਿੰਘ, ਰਾਗੀ ਸਿੰਘ ਗੁਰੂ ਘਰ 'ਚ ਰਹਿੰਦੇ ਹਨ, ਉਹਨਾਂ ਬਾਰੇ ਵੀ ਲਿਖਿਆ, ਜੇ ਕੋ ਸਿੰਘ ਪੁਜਾਰੀ ਹੈ ਸੋ ਵੀ ਪੂਜਾ ਬਹੁਤ ਨੰਗ ਹੈ। ਜ਼ਿਆਦਾ ਪੂਜਾ ਨਾ ਲਵੇ ਵੀ ਸਾਰੀ ਦੁਨੀਆ ਦਾ ਪੈਸਾ ਮੇਰੇ ਕੋਲ ਹੀ ਆ ਜੇ, ਸਾਰੀਆਂ ਜੇਬਾਂ ਮੇਰੀਆਂ ਹੀ ਭਰ ਜਾਣ, ਇੱਦਾਂ ਨਾ ਸੋਚੇ। ਜੇ ਕੋ ਸਿੰਘ ਪੁਜਾਰੀ ਹੈ ਸੋ ਵੀ ਪੂਜਾ ਬਹੁਤ ਨੰਗ ਹੈ। ਤਨ ਨਿਰਭਾ ਮਾਤਰ ਸੋ ਲੇਵੈ। ਜਿੰਨੇ ਨਾਲ ਸਰੀਰ ਦਾ ਪਹਿਰਾ ਚੱਲਦਾ ਹੈ, ਉਪਜੀਵਕਾ ਚੱਲਦੀ ਹੈ, ਉਹਨਾਂ ਚਿਰ ਓਨਾ ਹੀ ਉਹ ਮਾਇਆ ਲਵੇ। ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਸ਼ਾਂ ਦੇ ਜਿਹੜੇ ਪਰਿਵਾਰ ਦੇ ਜੀ ਸਨ, ਉਹਨਾਂ ਕੋਲ ਆਪਣੀ ਜ਼ਮੀਨ ਸੀ, ਉੱਥੇ ਕਿਰਤ ਕਰਦੇ। ਬਾਬਾ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਦੇ, ਜਿੱਥੇ ਰਹਿਣਾ ਪ੍ਰਸ਼ਾਦਾ ਤਾਂ ਛਕਣਾ ਹੁੰਦਾ, ਇੱਕ ਅੱਧਾ ਪ੍ਰਸ਼ਾਦਾ ਮਹਾਂਪੁਰਸ਼ ਛਕ ਕੇ ਗੁਰੂ ਘਰ ਦੀ ਸੇਵਾ ਕਰਦੇ ਰਹੇ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਵੀ ਇਸੇ ਤਰ੍ਹਾਂ ਹੀ ਸੇਵਾ ਨਿਭਾਈ ਹੈ। ਪੁਰਾਤਨ ਸਿੰਘਾਂ ਦਾ ਇਹੋ ਜਿਹਾ ਜੀਵਨ ਸੀਗਾ। ਸੋ ਜੇ ਹੋ ਵੀ ਜਾਵੇ ਪੂਜਾ ਗੁਰੂ ਘਰਾਂ ਦੇ ਵਿੱਚ ਚੜਾਵਾ ਚੜ੍ਹਨਾ ਹੀ ਹੈ, ਉਹਨੂੰ ਇਹ ਨਹੀਂ ਵੀ ਆਪਣੇ ਕੋਲ ਹੀ ਰੱਖੇ, ਬਲਕਿ ਲੋੜਵੰਦਾਂ ਨੂੰ, ਗਰੀਬਾਂ ਨੂੰ, ਕਿਸੇ ਬਿਮਾਰ ਨੂੰ, ਕਿਸੇ ਬੱਚੇ ਨੂੰ ਫੀਸ ਚਾਹੀਦੀ ਹੈ, ਕਿਸੇ ਨੂੰ ਦਵਾਈ ਚਾਹੀਦੀ ਹੈ, ਉਹ ਪੂਜਾ ਦੀ ਮਾਇਆ ਉੱਥੇ ਦੇ ਦੇਵੇ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਜਾਵੇ। ਹੋਏ ਦੁਖਦ ਕੋ ਬਨ ਹੈ ਸਹਾਇ ਨਾ। ਤਾਂ ਕਹਿੰਦੇ ਜਿਹੜਾ ਪੂਜਾ ਦਾ ਧਾਨ ਖਾਏਗਾ ਉਹ ਦੁਖੀ ਹੋਵੇਗਾ ਅਤੇ ਉਹਦੀ ਕੋਈ ਸਹਾਇਤਾ ਨਹੀਂ ਕਰੇਗਾ, ਕੋਈ ਉਹਦੀ ਮਦਦ ਨਹੀਂ ਕਰੇਗਾ। ਹਾਂਜੀ, ਬਹੁਤ ਬਿਸੁਰ ਹੈ ਜਮ ਬਸ ਪਾਏ। ਅਤੇ ਫਿਰ ਉਹ ਜਮਾਂ ਦੇ ਡੰਡੇ ਖਾਏਗਾ, ਵਿਸੂਰੇਗਾ। ਜਿਵੇਂ ਅਜਗਰ ਦੀ ਜੂਨੀ 'ਚ ਪਿਆ ਸੀਗਾ, ਲੋਕਾਂ ਦਾ ਗੁਰੂ ਬਣਿਆ ਫਿਰਦਾ ਸੀ, ਮੁਕਤੀ ਕਿਸੇ ਦੀ ਕਰ ਨਹੀਂ ਸਕਿਆ, ਪੈਸੇ ਉਹਨਾਂ ਤੋਂ ਲੈ ਲੈ ਕੇ ਖਾਂਦਾ ਰਿਹਾ, ਫਿਰ ਜਮਾਂ ਦੇ ਡੰਡੇ ਖਾਧੇ, ਫਿਰ ਜੂਨੀ 'ਚ ਪਿਆ। ਹੁਣ ਇਹਦੀ ਮੁਕਤੀ ਹੋ ਗਈ ਹੈ, ਪਰ ਮਹਾਰਾਜ ਕਹਿੰਦੇ ਵੀ ਇੱਦਾਂ ਦੁੱਖ ਜ਼ਰੂਰ ਭੋਗਣਾ ਪੈਂਦਾ ਹੈ। ਧਰਮ ਕਿਰਤ ਕਰ ਸੰਤਨ ਸੇਵਾ ਹੈ। ਇਹ ਭਾਈ ਹਮੇਸ਼ਾ ਧਰਮ ਦੀ ਕਿਰਤ ਕਰਕੇ, ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਕੇ, ਤਿਸ ਕੋ ਮੈਂ ਸਭ ਥਾਨ ਸਹਾਇ। ਜਿਹੜਾ ਬੰਦਾ ਆਪਣੀ ਉਪਜੀਵਕਾ ਚਲਾ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਉਹਦਾ ਮੈਂ ਦੋਵਾਂ ਜਹਾਨਾਂ 'ਚ ਸਹਾਈ ਹਾਂ।
ਇੱਥੇ ਵੀ ਰਾਖਾਂ, ਅੱਗੇ ਵੀ ਉਹਨਾਂ ਦੀ ਰਾਖੇ ਬਣਾਂਗੇ। ਦੋਹਰਾ ਤੇ ਕਰ ਇਸ ਉਪਦੇਸ਼ ਕੋ, ਇਹ ਉਪਦੇਸ਼ ਦੇ ਕੇ ਕਾਨਨ ਤੇ ਗ੍ਰਹਿ ਆਏ। ਮਹਾਰਾਜ ਜੰਗਲ ਚੋਂ ਵਾਪਸ ਆ ਗਏ ਸਤਵੇਂ ਪਾਤਸ਼ਾਹ ਜੀ। ਸਭ ਬਿਸਮੇ ਹੋਏ ਕਹਿਤ ਭੇ, ਸਾਰੀ ਸੰਗਤ ਬੜੀ ਹੈਰਾਨ ਹੋਈ ਤੇ ਕਹਿਣ ਲੱਗੀ, ਧੰਨ ਗੁਰੂ ਹਰਿ ਰਾਏ। ਧੰਨ ਗੁਰੂ ਹਰਿ ਸਾਹਿਬ ਜੀ। ਮਹਾਰਾਜ ਆਪ ਧੰਨ ਹੋ, ਜਿਹੜੇ ਭੁੱਲੀਆਂ ਭਟਕੀਆਂ ਰੂਹਾਂ ਨੂੰ ਵੀ ਮੁਕਤੀ ਬਖਸ਼ ਦਿੰਦੇ ਹੋ, ਸਿੱਖਾਂ ਨੂੰ ਉਪਦੇਸ਼ ਵੀ ਦੇ ਦਿੰਦੇ ਹੋ। ਧੰਨ ਸਤਿਗੁਰੂ ਜੀ ਨੇ ਨਾਲੇ ਤਾਂ ਉਹ ਸੱਪ ਦੀ ਜੂਨੀ ਦਾ ਉਧਾਰ ਕੀਤਾ, ਨਾਲੇ ਉਹਦੇ ਦੁਆਰੇ ਆਪ ਸਾਡੇ ਵਰਗੇ ਸਿੱਖਾਂ ਦੇ ਕੰਨ ਖੋਲੇ ਵੀ ਦੇਖੋ ਭਾਈ, ਕਿਤੇ ਗੁਰੂ ਨਾ ਬਣਿਆ ਜੇ, ਗੁਰੂ ਕੇ ਸਿੱਖਾਂ ਦੇ ਵਿੱਚ ਰਹਿ ਕੇ ਨਿਮਾਣੇ ਬਣ ਕੇ ਆਪਣਾ ਜੀਵਨ ਸਫਲਾ ਕਰਿਆ ਜੇ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਤਿਆਲ ਲਾਲ, ਪ੍ਰਾਣਨਾਥ ਨਾਥ ਸਖੇ ਦੀਨ ਦਰਦ ਰਾਥੇ ਗਮ ਪੂਰਨ ਮੋਏ ਮਾਇਆ ਧਾਰ, ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ। ਸਤ